ईद उन्हों के जन्म दिहाड़े से आप जी नाल गुरमत विचारों की सांझ पा रहे हैं। पंथ के प्रसिद्ध दीवान सत्कारयोग ज्ञानी सुखजीत सिंह जी कन्हैया, 96 करोड़ी बुढ़ा दल के मुख प्रचारक जो कि अपने को इत्थे पहुंचे हुए हैं। उन्होंने आप संगतां नूं हुण पौने घंटे वास्ते गुरमत विचारां सरवण कराउणीआं हैं। बड़े प्यार दे नाल सरवण करदे हां जी। वाहिगुरू जी का खालसा, वाहिगुरू जी। वाहिगुरू वाहिगुरू साहिब जी। गुरु नानक पाद पंकज बंदन, पाद पंकज बंदन। सिमरो अंगद दुख निकंदन, अमरदास हृदय नित ध्यावों, हृदय नित ध्यावों। श्री गुरु रामदास गुण गावों। श्री अर्जन विघ्नन के नाशक, विघ्नन के नाशक। हर गोविंद शुभ सुमति प्रकाशक। श्री हर राय नमो कर जोरी, नमो कर जोरी। श्री हर कृष्ण मनाऊं बहोरी। तेग बहादुर परम कृपाला, सतगुर परम कृपाला। श्री गुरु गोबिंद सिंह विसाला। तरों तरा पर पुन पुन सीसा, वाहिगुरु पुन पुन सीसा। बंदो बार बार जगदीसा। जिसमें अमृत ज्ञान है माणक भगत बैराग। श्री गुरु ग्रंथ साहिब उदद बंदो कर अनुराग। कहाँ बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप लिहो तुम कथा सुधारी। एक अंकारा सतगुरु, तेह प्रसाद सच होए। वाहिगुरु जी की फतेह है, विघ्न विनाशन सोए। एक अंकारा सतगुरु, तेह प्रसाद सच होए। वाहिगुरु जी की फतेह है, विघ्न विनाशन सोए। सतनाम श्री वाहिगुरु साहिब जीओ। दोहरा तुरक न खुशियाँ किम करै, किम कहे न खोटी बात। तुरकन ओ हिंदुअन हुतो, दीन मजहब को कात। तुरकन खुशियाँ किम करे, किम कहे न खोटी बात। तुरकन ओ हिंदुअन हुतो,
ਦੀਨ ਮਜਬ ਕੋ ਘਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਚਵਰ ਸ਼ਵਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਸਰਬ ਕਲਾ ਭਰਪੂਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਪਾਤਸ਼ਾਹੀ ਦਰਬਾਰ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ ਜੋ ਨਿਤਾ ਪ੍ਰਤ ਮਰਿਆਦਾ ਅਨੁਸਾਰ ਇਸ ਪਾਵਨ ਪਵਿੱਤਰ ਅਸਥਾਨ ਤੋਂ ਗੁਰ ਇਤਿਹਾਸ ਦੀ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਆਰੰਭ ਹੋਈ ਹੈ। ਆਪ ਜੀ ਨੇ ਬੀਤੇ ਦਿਨੀ ਸਰਵਣ ਕੀਤਾ ਕਿ ਦਿੱਲੀ ਦੇ ਬਾਦਸ਼ਾਹ ਨੇ ਬ੍ਰਿਟਿਸ਼ ਸਰਕਾਰ ਨੂੰ ਸਿੱਖਾਂ ਬਾਰੇ ਝੂਠ ਦੱਸਿਆ ਤੇ ਭਾਈ ਰਤਨ ਸਿੰਘ ਭੰਗੂ ਦੱਸਦੇ ਨੇ ਕਿ ਇਤਿਹਾਸ ਦੇ ਜੋ ਪਹਿਲੂ ਸਨ ਬਾਦਸ਼ਾਹ ਕਿਸ ਤਰ੍ਹਾਂ ਛੱਡਦਾ। ਅੱਜ ਦੇ ਦਿਨ ਆਪਾਂ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਬ੍ਰਿਟਿਸ਼ ਸਰਕਾਰ ਲੁਧਿਆਣੇ ਦੀ ਧਰਤੀ ਤੇ ਆਪਣੇ ਪੈਰ ਜਮਾਉਂਦੀ ਹੈ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਮਰੀ ਕਪਤਾਨ ਦੇ ਨਾਲ ਮਿਸਟਰ ਲੋਣੀ ਅਖਤਰ ਦੇ ਨਾਲ ਸਿੰਘਾਂ ਦੀ ਮੁਲਾਕਾਤ ਹੋਈ, ਭਾਈ ਰਤਨ ਸਿੰਘ ਭੰਗੂ ਜੀ ਦੀ ਮੁਲਾਕਾਤ ਹੋਈ ਤੇ ਭਾਈ ਰਤਨ ਸਿੰਘ ਭੰਗੂ ਕਿਸ ਤਰ੍ਹਾਂ ਮਿਸਟਰ ਲੋਣੀ ਅਖਤਰ ਤੇ ਮਰੀ ਕਪਤਾਨ ਨੂੰ ਇਤਿਹਾਸ ਦੀ ਸੁਧਾਈ ਕਰਕੇ ਸੱਚਾ ਇਤਿਹਾਸ, ਸੱਚੇ ਗੁਰੂ ਦਾ ਤੇ ਸੱਚੇ ਖਾਲਸੇ ਪੰਥ ਦਾ ਇਤਿਹਾਸ ਕਿਸ ਤਰ੍ਹਾਂ ਦੱਸਦੇ ਨੇ ਉਹ ਆਪਾਂ ਸਰਵਣ ਅੱਜ ਦੇ ਦਿਨ ਵਿੱਚ ਕਰਾਂਗੇ। ਪਰ ਅੱਜ ਬੜਾ ਹੀ ਭਾਗਾਂ ਵਾਲਾ ਦਿਨ ਵੀ ਹੈ ਕਿਉਂਕਿ ਅੱਜ ਅਮਰ ਸ਼ਹੀਦ, ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਜਨਮ ਦਿਹਾੜਾ ਵੀ ਹੈ। ਬੋਲੇ ਸੋ ਨਿਹਾਲ। ਖਾਲਸਾ ਜੀ, ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਖਸੀਅਤ ਬੜੀ ਮਹਾਨ ਸ਼ਖਸੀਅਤ ਹੈ। ਉਹਨਾਂ ਨੇ ਜਵਾਨੀ ਦੇ ਵਿੱਚ ਕਲਮ ਚਲਾਈ ਹੈ। ਕਲਮ ਚਲਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਰੂਪਾਂ ਦਾ ਉਤਾਰਾ ਕੀਤਾ। 4 ਸਰੂਪ ਗੁਰਮੁਖੀ ਦੇ ਵਿੱਚ, ਗੁਰਮੁਖੀ ਲਿਪੀ ਦੇ ਵਿੱਚ ਲਿਖੇ। 5ਵਾਂ ਸਰੂਪ ਧੰਨ ਬਾਬਾ ਦੀਪ ਸਿੰਘ ਜੀ ਨੇ ਅਰਬ ਭਾਸ਼ਾ ਦੇ ਵਿੱਚ ਲਿਖ ਕੇ ਅਰਬ ਦੇਸ਼ ਦੇ ਵਿੱਚ ਭੇਜਿਆ ਕਿ ਉੱਥੇ ਵੀ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਹੋਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਨੇਹਾ ਘਰ ਘਰ ਦੇ ਵਿੱਚ ਪਹੁੰਚਾਇਆ। ਤੇ ਜਦੋਂ ਬਜ਼ੁਰਗ ਅਵਸਥਾ ਆਈ, ਬਜ਼ੁਰਗ ਅਵਸਥਾ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਨੇ ਹੱਥ ਦੇ ਵਿੱਚ ਖੰਡਾ ਪਕੜ ਕੇ ਸਿਰ ਧੜ ਦੀ ਬਾਜੀ ਲਾ ਕਰਕੇ ਵੈਰੀਆਂ ਦਾ ਸੋਧਾ ਲਾਇਆ। ਵੇਖੋ, ਅਨੋਖੇ ਅਮਰ ਸ਼ਹੀਦ ਤਾਂ ਕਿਹਾ ਜਾਂਦਾ ਹੈ ਕਿ ਅਕਸਰ ਸੰਸਾਰ ਦੀ ਮਰਿਆਦਾ ਹੈ ਜਦੋਂ ਬੰਦਾ ਜਵਾਨ ਹੁੰਦਾ ਹੈ, ਜਵਾਨੀ ਦੇ ਵਿੱਚ ਹਥਿਆਰ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਹੈ, ਜਵਾਨੀ ਦੇ ਵਿੱਚ ਜੰਗਾਂ ਯੁੱਧਾਂ ਕਰਦਾ ਹੈ, ਜੰਗਾਂ ਦੇ ਵਿੱਚ ਯੁੱਧਾਂ ਦੇ ਵਿੱਚ ਸ਼ਮੂਲੀਅਤ ਕਰਦਾ ਹੈ। ਬਜ਼ੁਰਗ ਹੋ ਜਾਵੇ, ਸੰਸਾਰ ਦਾ ਬੰਦਾ ਰਿਟਾਇਰਮੈਂਟ ਲੈ ਕੇ ਘਰ ਬਹਿ ਜਾਂਦਾ ਹੈ, ਜਵਾਨੀ ਵਿੱਚ ਹਥਿਆਰ ਪਕੜਦਾ ਹੈ, ਬੁਢੇਪੇ ਦੇ ਵਿੱਚ ਕਲਮ ਪਕੜ ਕੇ ਕਿਤਾਬਾਂ ਲਿਖਦਾ ਹੈ, ਆਪਣੀ ਜੀਵਨੀ ਲਿਖਦਾ ਹੈ। ਪਰ ਬਾਬਾ ਦੀਪ ਸਿੰਘ ਅਨੋਖੇ ਸ਼ਹੀਦ ਇਸ ਕਰਕੇ ਨੇ, ਉਹਨਾਂ ਨੇ ਜਵਾਨੀ ਦੇ ਵਿੱਚ ਕਲਮ ਚਲਾਈ ਹੈ ਤੇ ਬੁਢੇਪੇ ਦੇ ਵਿੱਚ ਬਜ਼ੁਰਗ ਜਰਨੈਲ ਨੇ ਖੰਡਾ ਵੀ ਵਾਇਆ ਹੈ। ਖਾਲਸਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਜਨਮ ਭਾਈ ਭਗਤੂ ਜੀ ਦੇ ਘਰ ਮਾਤਾ ਜਿਉਣੀ ਜੀ ਦੇ ਕੁੱਖੋਂ ਹੁੰਦਾ ਹੈ ਕਿਉਂਕਿ ਪਹਿਲਾਂ ਘਰ ਦੇ ਵਿੱਚ ਸੰਤਾਨ ਨਹੀਂ ਸੀ। ਸ਼ਾਦੀ ਨੂੰ ਲੰਮਾ ਅਰਸਾ ਬੀਤ ਚੁੱਕਿਆ ਸੀ ਪਰ ਘਰ 'ਚ ਸੰਤਾਨ ਕੋਈ ਨਹੀਂ ਸੀ। ਭਾਈ ਸਾਹਿਬ ਭਾਈ ਭਗਤੂ ਜੀ ਇੱਕ ਦਿਨ ਖੇਤਾਂ ਦੇ ਵਿੱਚ ਬੈਠੇ ਹੋਏ ਸਨ ਤੇ ਮਾਤਾ ਜਿਉਣੀ ਜੀ ਘਰ ਦੇ ਵਿੱਚੋਂ ਮਿੱਸੇ ਪ੍ਰਸ਼ਾਦੇ ਤੇ ਲੱਸੀ ਉਹ ਖੇਤਾਂ ਦੇ ਵਿੱਚ ਭਾਈ ਭਗਤੂ ਜੀ ਵਾਸਤੇ ਲੈ ਕੇ ਜਾਂਦੇ ਨੇ। ਕਹਿੰਦੇ ਇੰਨੇ ਨੂੰ ਇੱਕ ਫਕੀਰ, ਇੱਕ ਰੱਬ ਦਾ ਪਿਆਰਾ ਉਸ ਇਲਾਕੇ ਦੇ ਵਿੱਚੋਂ ਲੰਘ ਰਿਹਾ ਸੀ। ਪਹੂਮਿੰਡ ਦੀ ਧਰਤੀ ਤੇ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ। ਉਸ ਧਰਤੀ ਤੋਂ ਫਕੀਰ ਲੰਘ ਰਿਹਾ ਸੀ। ਉਹਨੇ ਵੇਖਿਆ ਭਾਈ ਭਗਤੂ ਜੀ ਖੇਤਾਂ ਦੇ ਵਿੱਚ ਬੈਠੇ ਨੇ ਤੇ ਚਿਹਰਾ ਇਸ ਤਰ੍ਹਾਂ ਬਿਆਨ ਕਰ ਰਿਹਾ ਕਿ ਭਾਈ ਭਗਤੂ ਜੀ ਬਹੁਤ ਡੂੰਘੀਆਂ ਸੋਚਾਂ ਸੋਚ ਰਹੇ ਹੋਣ, ਬਹੁਤ ਡੂੰਘੀਆਂ ਸੋਚਾਂ ਵਿੱਚ ਹੋਣ। ਕਹਿੰਦੇ ਨੇ ਫਕੀਰ ਨੇ ਜਾ ਕੇ ਭਾਈ ਭਗਤੂ ਜੀ ਨੂੰ ਪੁੱਛਿਆ ਕਿ ਸਿੱਖਾ, ਤੇਰੇ ਚਿਹਰੇ ਦੇ ਉੱਤੇ, ਤੇਰੇ ਸੀਸ ਦੇ ਉੱਤੇ ਕੇਸਾਂ ਦੀ ਸੰਭਾਲ ਤੂੰ ਕੀਤੀ ਹੈ,
ਇਹ ਇਸ ਗੱਲ ਦੀ ਹਾਮੀ ਭਰਦਾ ਤੂੰ ਗੁਰੂ ਨਾਨਕ ਦਾ ਸਿੱਖ ਹੈ, ਤੇ ਗੁਰੂ ਨਾਨਕ ਦਾ ਸਿੱਖ ਹੋ ਕਰਕੇ ਕਿਹੜੀਆਂ ਸੋਚਾਂ ਦੇ ਵਿੱਚ ਖੁੱਭਿਆ ਹੋਇਆ ਹੈ, ਕਿਹੜੇ ਕਾਰਨ ਕਰਕੇ ਚਿਹਰੇ ਤੇ ਸ਼ਿਕਨ ਹੈ, ਨਿਰਾਸ਼ਤਾ ਹੈ। ਕਿਉਂਕਿ ਗੁਰੂ ਨਾਨਕ ਦੇ ਸਿੱਖਾਂ ਦੇ ਚਿਹਰੇ ਤੇ ਕਦੇ ਨਿਰਾਸ਼ਤਾ ਨਹੀਂ ਆਉਂਦੀ। ਨਾਨਕ ਭਗਤਾ ਸਦਾ ਵਿਗਾਸ। ਧੰਨ ਗੁਰੂ ਨਾਨਕ ਸਾਹਿਬ ਦੇ ਚਿਹਰੇ, ਸੱਚੇ ਪਾਤਸ਼ਾਹ ਦੇ ਸਿੱਖਾਂ ਦੇ ਚਿਹਰੇ ਸਦਾ ਖੇੜੇ ਵਿੱਚ ਰਹਿੰਦੇ ਨੇ। ਕਹਿੰਦੇ ਇੰਨੇ ਨੂੰ ਮਾਤਾ ਜਿਉਣੀ ਜੀ ਆ ਗਏ, ਪ੍ਰਸ਼ਾਦਾ ਲੈ ਕਰਕੇ। ਫਕੀਰ ਵੀ ਬੈਠੇ ਹੋਏ ਸਨ। ਭਾਈ ਭਗਤੂ ਜੀ ਨੇ ਕਿਹਾ, ਭਾਗਵਾਨੇ ਇਹਨਾਂ 7 ਪੁਰਸ਼ਾਂ ਨੂੰ ਵੀ ਪ੍ਰਸ਼ਾਦਾ ਛਕਾਈਏ। ਤੇ ਕਹਿੰਦੇ ਸੁਭਾਵਕ ਫਕੀਰ ਨੇ ਕਿਹਾ ਕਿ ਤੁਸੀਂ ਪਤੀ ਪਤਨੀ ਖੇਤਾਂ ਵਿੱਚ ਹੋ ਤੇ ਬੱਚੇ ਕਿੱਥੇ ਨੇ? ਜਦੋਂ ਬੱਚਿਆਂ ਬਾਰੇ ਪੁੱਛਿਆ, ਹੁਣ ਖਾਲਸਾ ਜੀ ਜਿਹਦੇ ਘਰ ਔਲਾਦ ਨਾ ਹੋਵੇ, ਸੰਤਾਨ ਨਾ ਹੋਵੇ, ਕਹਿੰਦੇ ਨੇ ਪਿਤਾ ਤੇ ਕਠੋਰ ਚਿੱਤ ਹੋ ਜਾਂਦਾ, ਪਰ ਮਾਂ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ। ਮਾਂ ਆਪਣੇ ਬੱਚਿਆਂ ਤੋਂ ਬਿਨਾਂ ਨਹੀਂ ਰਹਿੰਦੀ, ਤੇ ਜਿਸ ਬੀਬੀ ਦੇ ਘਰ ਔਲਾਦ ਨਾ ਹੋਵੇ ਉਹਦਾ ਹਿਰਦਾ ਹੀ ਜਾਣਦਾ ਉਸ ਦੀ ਦਸ਼ਾ ਨੂੰ। ਕਹਿੰਦੇ ਨੇ ਜਦੋਂ ਪੁੱਛਿਆ, ਮਾਤਾ ਜਿਉਣੀ ਜੀ ਦੇ ਨੇਤਰਾਂ ਦੇ ਵਿੱਚੋਂ ਸੁਭਾਵਕ ਹੀ ਹੰਝੂ ਆ ਗਏ ਤੇ ਕਹਿਣ ਲੱਗੇ, ਸਾਈਂ ਸਤਿਪੁਰਸ਼ੋ, ਘਰ ਦੇ ਵਿੱਚ ਔਲਾਦ ਕੋਈ ਨਹੀਂ। ਤੇ ਉਸ ਫਕੀਰ ਨੇ ਬਚਨ ਕੀਤਾ ਕਿ ਜਿਹਦੇ ਸਿੱਖ ਹੋ ਉਹਦੇ ਘਰ ਦੇ ਵਿੱਚ ਘਾਟਾ ਕੋਈ ਨਹੀਂ। ਇੱਕ ਵਾਰ ਸ਼ਰਧਾ ਧਾਰ ਕੇ, ਭਾਵਨਾ ਧਾਰ ਕੇ, ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਾਰ ਕੇ ਮੰਗੋ। ਗੁਰੂ ਨਾਨਕ ਨੇ ਕਿਰਪਾ ਕਰਕੇ ਦਾਤ ਝੋਲੀ ਵਿੱਚ ਪਾ ਦੇਣੀ ਹੈ। ਤੇ ਸੱਚ ਜਾਣਿਓ, ਤੁਹਾਡੇ ਘਰ ਦੇ ਵਿੱਚ ਜਿਹੜਾ ਬਾਲਕ ਜਨਮ ਲਵੇਗਾ, ਗੁਰੂ ਨਾਨਕ ਦੀ ਕਿਰਪਾ ਦੇ ਨਾਲ ਜਿੱਥੇ ਵਿਦਵਾਨ ਹੋਵੇਗਾ ਉੱਥੇ ਭਗਤ ਵੀ ਹੋਵੇਗਾ, ਤੇ ਜਿੱਥੇ ਭਗਤ ਹੋਵੇਗਾ ਉੱਥੇ ਸੰਤ ਹੋਵੇਗਾ, ਤੇ ਸੰਤ ਦੇ ਨਾਲ ਨਾਲ ਬੜਾ ਵੱਡਾ ਸਿਪਾਹੀ ਵੀ ਹੋਵੇਗਾ। ਖਾਲਸਾ ਜੀ, ਉਸ ਤੋਂ ਬਾਅਦ ਮਾਤਾ ਜਿਉਣੀ ਜੀ ਦੇ ਕੁੱਖੋਂ ਭਾਈ ਭਗਤੂ ਜੀ ਦੇ ਘਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ, ਪਰ ਨਾਮ ਰੱਖਿਆ ਗਿਆ ਦੀਪਾ। ਤੇ ਕਈ ਵਿਦਵਾਨਾਂ ਨੇ ਕਿਹਾ ਕਿ ਨਾਮ ਦੀਪ ਵੀ ਰੱਖਿਆ, ਪਰ ਦੀਪ ਤੋਂ ਦੀਪ ਸਿੰਘ ਕਿਵੇਂ ਬਣੇ? ਇਹ ਨਿਗਾਹ ਪਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਕਲਗੀਆਂ ਵਾਲੇ ਦੇ ਅੰਮ੍ਰਿਤ ਭਰੇ ਨੇਤਰ ਪੈ ਗਏ। ਖਾਲਸਾ ਜੀ, ਇਹ ਸਤਿਗੁਰੂ ਦੇ ਨੇਤਰਾਂ ਵਿੱਚ ਤਾਕਤ ਹੈ। ਇਹ ਸਤਿਗੁਰੂ ਦੇ ਨੇਤਰ ਰੀਠਿਆਂ ਤੇ ਪੈ ਗਏ, ਉਹ ਰੀਠੇ ਮਿੱਠੇ ਹੋ ਗਏ। ਇਹ ਸਤਿਗੁਰੂ ਦੇ ਨੇਤਰ 7 ਸਾਲ ਦੇ ਬੱਚੇ ਤੇ ਪੈ ਗਏ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਹੋ ਗਏ। ਇਸ ਸਤਿਗੁਰੂ ਦੇ ਨੇਤਰ ਭਾਈ ਲਹਿਣੇ ਤੇ ਪੈ ਗਏ, ਉਹ ਗੁਰੂ ਅੰਗਦ ਸਾਹਿਬ ਹੋ ਗਏ। ਬਸ ਸਮਾਂ ਆਇਆ, ਗੁਰੂ ਕਲਗੀਆਂ ਵਾਲੇ ਦੇ ਨੇਤਰ ਜਦੋਂ ਦੀਪੇ ਤੇ ਪਏ, ਗੁਰੂ ਦੀ ਕਿਰਪਾ ਦੇ ਨਾਲ ਦੀਪੇ ਤੋਂ ਉਹ ਬਾਬਾ ਦੀਪ ਸਿੰਘ ਹੋ ਗਏ। ਖਾਲਸਾ ਜੀ, ਪਹੂਵਿੰਡ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਦੀ ਯਾਤਰਾ ਵਾਸਤੇ ਬਾਬਾ ਦੀਪ ਸਿੰਘ ਜੀ ਦੇ ਨਗਰ ਦੇ ਵਿੱਚੋਂ ਸੰਗਤਾਂ ਦਾ ਜਥਾ ਜਾਣਾ ਸੀ। ਹੁਣ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਵੀ ਕਲਗੀਆਂ ਵਾਲੇ ਦੇ ਦਰਸ਼ਨਾਂ ਨੂੰ ਲੋਚਦੇ ਸਨ। ਧੰਨ ਬਾਬਾ ਦੀਪ ਸਿੰਘ ਜੀ ਦੀ ਉਮਰ ਕਾਫੀ ਹੋ ਚੁੱਕੀ ਸੀ। ਕੁਝ ਵਿਦਵਾਨਾਂ ਨੇ 10 ਕੇ ਸਾਲ ਤੇ ਕੁਝ ਵਿਦਵਾਨਾਂ ਨੇ ਲਗਭਗ 17-18 ਸਾਲ ਦੀ ਉਮਰ ਕਹੀ। ਧੰਨ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਨਾਲ ਆਨੰਦਪੁਰ ਸਾਹਿਬ ਦੀ ਯਾਤਰਾ ਵਾਸਤੇ ਜਾਂਦੇ ਆ। ਪਰ ਮੈਂ ਇੱਕ ਬੇਨਤੀ ਕਰਾਂ, ਆਪ ਸਭ ਬਜ਼ੁਰਗ ਬੱਚਿਆਂ ਵਾਲੇ ਸਜੇ ਹੋ, ਜੇ ਆਪਾਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ, ਤੇ ਫਿਰ ਮਾਤਾ ਪਿਤਾ ਨੂੰ ਵੀ ਕਮਰ ਕੱਸਣਾ ਪਵੇਗਾ। ਕਿਉਂਕਿ ਖਾਲਸਾ ਜੀ, ਜਦੋਂ ਭਾਈ ਦੀਪਾ ਆਪਣੇ ਮਾਤਾ ਪਿਤਾ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਵੱਧਦੇ ਨੇ, ਤੇ ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਸੁਣਾਉਂਦੇ ਨੇ। ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਉਹਨਾਂ ਨੂੰ ਕਲਗੀਆਂ ਵਾਲੇ ਦੇ ਕੌਤਕਾਂ ਬਾਰੇ ਦੱਸਦੇ ਨੇ ਕਿ ਜਿਹੜਾ ਅੰਮ੍ਰਿਤ ਛਕ ਲੈਂਦਾ, ਖੰਡੇ ਦੀ ਪੌਲ ਲੈ ਲੈਂਦਾ, ਧੰਨ ਗੁਰੂ ਗੋਬਿੰਦ ਸਿੰਘ ਉਹਨੂੰ ਆਪਣਾ ਫਰਜ਼ੰਦ, ਆਪਣਾ ਪੁੱਤਰ ਬਣਾ ਲੈਂਦੇ ਨੇ। ਖਾਲਸਾ ਜੀ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਵਡਿਆਈ ਆਪਣੇ ਮਾਤਾ ਪਿਤਾ ਦੇ ਮੂੰਹੋਂ ਸੁਣਦੇ ਨੇ ਨਾ, ਤਾਂ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ, ਭਾਈ ਦੀਪਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਦਾਰੇ ਕਰਦੇ ਨੇ। ਕਹਿੰਦੇ 5 ਸਾਲ ਦੀ ਉਮਰ ਤੋਂ ਹੀ ਗੁਰਮੰਤਰ ਦੇ ਮੂਲ ਮੰਤਰ ਦੇ ਅਭਿਆਸੀ ਹੋ ਚੁੱਕੇ ਸਨ। 5 ਸਾਲ ਦੀ ਉਮਰ ਤੋਂ ਹੀ ਗੁਰੂ ਨਾਨਕ ਦੀ ਬਾਣੀ ਦਾ ਜਾਪ ਕਰਨ ਲੱਗ ਪਏ ਸਨ, ਕਿਉਂਕਿ ਘਰ ਵਿੱਚ ਮਾਤਾ ਪਿਤਾ ਬਾਣੀ ਪੜ੍ਹਦੇ ਸਨ।
ਜਦੋਂ ਆਨੰਦਪੁਰ ਸਾਹਿਬ ਪਹੁੰਚੇ, ਹੁਣ ਸਤਿਗੁਰੂ ਨਾਲ ਪਿਆਰ ਸੀ। ਕਹਿੰਦੇ ਕਲਗੀਆਂ ਵਾਲੇ ਦੇ ਦਰਸ਼ਨ ਇੰਨੇ ਪਿਆਰ ਨਾਲ ਕੀਤੇ ਕਿ ਸਤਿਗੁਰੂ ਦੀ ਨਿਗਾਹ ਭਾਈ ਦੀਪੇ ਤੇ ਪੈ ਗਈ। ਸੱਚ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਹੋਵੇਗਾ ਨਾ, ਉਹਨੂੰ ਦੱਸਣ ਦੀ ਲੋੜ ਨਹੀਂ, ਮੱਥਾ ਟੇਕਣ ਦੇ ਢੰਗ ਤੋਂ ਪਤਾ ਲੱਗ ਜਾਵੇਗਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਿੰਨਾ ਕੀ ਹੈ। ਖਾਲਸਾ ਜੀ, ਜਿਨ੍ਹਾਂ ਨੂੰ ਸਤਿਗੁਰੂ ਦੇ ਨਾਲ ਪਿਆਰ ਹੁੰਦਾ, ਨੇਤਰਾਂ ਵਿੱਚ ਵੱਖਰੀ ਚਮਕ ਹੁੰਦੀ ਹੈ, ਚਿਹਰੇ ਤੇ ਵੱਖਰੀ ਰੌਣਕ ਆ ਜਾਂਦੀ ਹੈ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਹੁੰਦੇ ਨੇ। ਜਦੋਂ ਭਾਈ ਦੀਪੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ, ਭੁਜੰਗੀਆ ਤੇਰਾ ਨਾਮ ਕੀ ਹੈ? ਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕਰਕੇ ਬੜੇ ਹੀ ਮਿੱਠੇ ਬੋਲਾਂ ਦੇ ਨਾਲ ਕਿਹਾ, ਪਾਤਸ਼ਾਹ ਮੇਰਾ ਨਾਂ ਦੀਪਾ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਮੁਸਕਰਾ ਕੇ ਕਹਿਣ ਲੱਗੇ, ਅੰਦਰ ਦੀਵਾ ਜਗਿਆ ਵੀ ਹੈ ਕਿ ਨਹੀਂ? ਤੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਪਾਤਸ਼ਾਹ ਮੈਂ ਅੱਜ ਤੋਂ ਤੇਰਾ ਹਾਂ, ਹੁਣ ਤੇਰੀ ਰਹਿਮਤ ਹੋ ਗਈ ਤੇ ਅੰਦਰ ਦੀਪ ਜ਼ਰੂਰ ਜਗ ਜਾਵੇਗਾ। ਕਲਗੀਆਂ ਵਾਲੇ ਪਾਤਸ਼ਾਹ ਨੇ ਖੰਡੇ ਦੀ ਪੋਲ ਦਿੱਤੀ, ਆਪਣੇ ਅੰਮ੍ਰਿਤ ਭਰੀ ਨਿਗਾਹ ਪਾ ਦਿੱਤੀ ਤੇ ਖਾਲਸਾ ਜੀ ਅੰਦਰ ਨਾਮ ਦਾ ਦੀਵਾ ਜਗ ਗਿਆ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ। ਕਹਿੰਦੇ ਐਸਾ ਨਾਮ ਦਾ ਦੀਵਾ ਧੰਨ ਬਾਬਾ ਦੀਪ ਸਿੰਘ ਦੇ ਹਿਰਦੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਗਾ ਦਿੱਤਾ ਕਿ ਬਾਬਾ ਦੀਪ ਸਿੰਘ ਦਾ ਸੀਸ ਤੇ ਧੜ ਤੋਂ ਜੁਦਾ ਹੋ ਗਿਆ, ਪਰ ਬਾਬਾ ਦੀਪ ਸਿੰਘ ਦੇ ਹਿਰਦੇ ਦੇ ਅੰਦਰ ਨਾਮ ਦੇ ਦੀਵੇ ਨੂੰ ਬੁਝਾਉਣ ਵਾਲਾ ਕੋਈ ਮਾਈ ਦਾ ਲਾਲ ਜਨਮਿਆ ਹੀ ਨਹੀਂ। ਅੱਜ ਵੀ ਧੰਨ ਬਾਬਾ ਦੀਪ ਸਿੰਘ ਜੀ ਦਾ ਜੋ ਸ਼ਹੀਦਗੰਜ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੈ, ਉੱਥੇ ਅੱਜ ਵੀ ਸ਼ਹੀਦਾਂ ਦੀਆਂ ਯਾਦਾਂ ਦੇ ਵਿੱਚ ਮੇਲੇ ਲੱਗਦੇ ਨੇ। ਅੱਜ ਵੀ ਉੱਥੇ ਜੋਤ ਪ੍ਰਕਾਸ਼ਮਾਨ ਹੈ। ਅੱਜ ਵੀ ਧੰਨ ਬਾਬਾ ਦੀਪ ਸਿੰਘ ਜੀ ਦੀ ਜੈ ਜੈਕਾਰ ਹੋ ਰਹੀ ਹੈ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਅੰਦਰ ਨਾਮ ਦਾ ਦੀਪ ਜਗਾ ਦਿੱਤਾ। ਸੋ ਖਾਲਸਾ ਜੀ, ਧੰਨ ਬਾਬਾ ਦੀਪ ਸਿੰਘ ਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨਾਂ ਦੇ ਵਿੱਚ ਰੱਖਿਆ। ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਨੂੰ ਸੰਸਾਰਕ ਵਿਦਿਆ ਦਿੱਤੀ, ਹਰ ਇੱਕ ਭਾਸ਼ਾ ਦਾ ਗਿਆਨ ਕਰਾਇਆ, ਸ਼ਸਤਰ ਵਿਦਿਆ ਦਾ ਅਭਿਆਸ ਕਰਾਇਆ। ਤੇ ਕਿਸ ਤਰ੍ਹਾਂ ਧੰਨ ਬਾਬਾ ਦੀਪ ਸਿੰਘ ਜੀ ਨੇ ਜਲੰਧਰ ਦੇ ਹਾਕਮ ਨੂੰ ਸੋਧਿਆ, ਅਦੀਨਾ ਬੇਗ ਨੂੰ ਸੋਧਿਆ, ਸਿਆਲਕੋਟ ਦੇ ਬਾਦਸ਼ਾਹ ਨੂੰ ਸੋਧਿਆ, ਬੰਦਾ ਸਿੰਘ ਬਹਾਦਰ ਦੇ ਨਾਲ ਸਰਹੰਦ ਦੀ ਜੰਗ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਤੇ ਖਾਲਸਾ ਜੀ ਮਿਸਲ ਸ਼ਹੀਦਾਂ ਦੇ ਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਵੀ ਬਣੇ। ਉਸ ਬਜ਼ੁਰਗ ਜਰਨੈਲ ਦੀ ਜੋ ਵਿਸਥਾਰ ਪੂਰਵਕ ਜੀਵਨ ਦੀ ਸਾਂਝ ਅੱਜ ਗੁਰਮਤਿ ਸਮਾਗਮ ਜੋ ਹੈਵਲੋਕ ਰੋਡ ਗੁਰਦੁਆਰੇ ਦੇ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਮਾਗਮ ਕਰਾਇਆ ਜਾ ਰਿਹਾ ਹੈ, ਉਸ ਅਸਥਾਨ ਤੇ ਵੀ ਆਪ ਸੰਗਤ ਦੀ ਬਖਸ਼ਿਸ਼ ਦੇ ਨਾਲ ਹਾਜ਼ਰੀ ਹੈ। ਉਸ ਅਸਥਾਨ ਤੇ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਵਿਸਥਾਰ ਪੂਰਵਕ ਸਾਂਝ ਪਾਈ ਜਾਵੇਗੀ। ਸੋ ਹੁਣ ਆਪਾਂ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਨੂੰ ਆਰੰਭ ਕਰੀਏ ਤੇ ਅਰਦਾਸ ਕਰੀਏ, ਪਾਤਸ਼ਾਹ ਤੇਰੇ ਸਿੱਖਾਂ ਨੇ ਸਿੱਖੀ ਸਿਦਕ ਨਿਭਾਉਣ ਵਾਸਤੇ ਸੀਸ ਵੀ ਤਲੀ ਤੇ ਧਰ ਕੇ ਵਿਖਾਇਆ ਹੈ, ਤੂੰ ਕਿਰਪਾ ਕਰੀ, ਰਹਿਮਤ ਕਰੀ। ਅਸੀਂ ਘਰਾਂ ਦੇ ਕੰਮਾਂ ਕਾਰਾਂ ਦੇ ਵਿੱਚ ਹਾਂ, ਪਰ ਘਰਾਂ ਦੇ ਕੰਮ ਕਾਰ ਕਰਦੇ ਹੋਏ ਵੀ ਤੇਰੀ ਯਾਦ ਤੋਂ ਵਾਂਝੇ ਨਾ ਹੋਈਏ। ਪਾਤਸ਼ਾਹ ਤੇਰੀ ਸਿੱਖੀ ਤੋਂ ਦੂਰ ਨਾ ਹੋਈਏ, ਤੇਰੇ ਚਰਨਾਂ ਤੋਂ ਦੂਰ ਨਾ ਹੋਈਏ। ਆਓ ਗੁਰ ਇਤਿਹਾਸ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਚਿਤ ਕਰੀਏ। ਦੋਨੋਂ ਹੱਥ ਜੋੜ ਕੇ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੁਰਕ ਨ ਖੁਸ਼ੀਆਂ ਕਿਮ ਕਰੇ ਨ ਖੋਟੀ ਬਾਤ। ਹੁਣ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਕਿ ਮੁਗਲ ਹਕੂਮਤ ਦਾ ਇਹ ਬਾਦਸ਼ਾਹ ਦਿੱਲੀ ਦਾ ਗੌਹਰ ਅਲੀ ਜਿਸ ਦਾ ਨਾਮ ਹੈ, ਇਹ ਤੁਰਕਾਂ ਦਾ ਬਾਦਸ਼ਾਹ ਖੋਟੀ ਗੱਲ ਝੂਠੀ ਗੱਲ ਕਰੇ ਵੀ ਕਿਉਂ ਨਾ। ਹੁਣ ਜਿਨ੍ਹਾਂ ਨੇ 700 ਸਾਲ ਤੋਂ ਭਾਰਤ ਨੂੰ ਗੁਲਾਮ ਬਣਾਇਆ ਹੋਵੇ ਤੇ ਗੁਰੂ ਕੇ ਮੁੱਠੀ ਭਰ ਸਿੰਘ ਜੰਗਲਾਂ ਦੇ ਵਿੱਚ ਰਾਤਾਂ ਕੱਟ ਕੇ ਇਹਨਾਂ ਦਾ ਤਖਤਾ ਹਿਲਾ ਦੇਣ, ਉਹਨਾਂ ਫੌਜਾਂ ਦੇ ਬਾਰੇ
ਇਹ ਮੁਗਲ ਹਕੂਮਤ ਝੂਠੀਆਂ ਗੱਲਾਂ ਕਿਉਂ ਨਾ ਕਰੇ। ਤੁਰਕਨ ਓ ਹਿੰਦੂਅਨ ਹਿਤੋ ਦੀਨ ਮਜਬ ਕੋ ਘਾਤ। ਭਾਰਤ ਦੀ ਧਰਤੀ ਦੇ ਉੱਤੇ ਮੁਗਲਾਂ ਦਾ ਤੇ ਹਿੰਦੂਆਂ ਦਾ, ਤੁਰਕਾਂ ਹਿੰਦੂਆਂ ਦਾ ਸ਼ੁਰੂ ਤੋਂ ਵਾਦ ਵਿਵਾਦ ਚੱਲਦਾ ਆ ਰਿਹਾ ਸੀ ਤੇ ਕਹਿੰਦੇ ਖਾਲਸਾ ਪੰਥ ਤੇ ਮਜ਼ਲੂਮਾਂ ਦੀ ਰੱਖਿਆ ਕਰਦਾ ਸੀ। ਜੇ ਜ਼ੁਲਮ ਸਨਾਤਨ ਮਤ ਤੇ ਹੋਏਗਾ, ਖਾਲਸਾ ਪੰਥ ਢਾਲ ਬਣ ਕੇ ਖੜ ਜਾਵੇਗਾ ਖਾਲਸਾ ਜੀ। ਤੇ ਜੇ ਜ਼ੁਲਮ ਹਿੰਦੂ ਤੇ ਹੋਵੇਗਾ, ਜੇ ਜ਼ੁਲਮ ਮੁਸਲਮਾਨ ਤੇ ਹੋਵੇਗਾ, ਖਾਲਸਾ ਪੰਥ ਢਾਲ ਬਣ ਕੇ ਖੜ ਜਾਂਦਾ ਹੈ। ਕਿਉਂਕਿ ਖਾਲਸੇ ਦਾ ਵੈਰ ਕਿਸੇ ਧਰਮ ਨਾਲ ਨਹੀਂ, ਬਲਕਿ ਖਾਲਸੇ ਦਾ ਵੈਰ ਜ਼ੁਲਮੀ ਰਾਜ ਦੇ ਨਾਲ ਹੈ। ਖਾਲਸਾ ਨਾ ਕਿਸੇ ਤੇ ਵਾਧੀ ਕਰਦਾ ਹੈ ਤੇ ਨਾ ਹੀ ਗੁਰੂ ਕਾ ਖਾਲਸਾ ਵਾਧੀ ਫਿਰ ਸਹਿੰਦਾ ਹੈ। ਪਰ ਮੁਗਲ ਹਕੂਮਤ ਨੂੰ ਲੱਗਦਾ ਸੀ ਕਿ ਇਹ ਕੇਸਾਧਾਰੀ ਹਿੰਦੂ ਨੇ। ਵੈਸੇ ਖਾਲਸਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਕਿਸੇ ਧਰਮ ਨਾਲ ਵੈਰ ਵਿਰੋਧ ਨਹੀਂ। ਪਰ ਇਹ ਵੀ ਸੱਚ ਹੈ ਕਿ ਗੁਰੂ ਨਾਨਕ ਦੇ ਸਿੱਖਾਂ ਦਾ, ਕਲਗੀਆਂ ਵਾਲੇ ਦੇ ਪੰਥ ਦਾ ਆਪਣੇ ਆਪ ਵਿੱਚ ਇੱਕ ਬੁਲੰਦ ਹਸਤੀ ਹੈ। ਕਲਗੀਆਂ ਵਾਲੇ ਦਾ ਪੰਥ ਸੰਸਾਰ ਤੋਂ ਨਿਆਰਾ ਹੈ। ਇਸੇ ਕਰਕੇ ਕਿਹਾ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਖਾਲਸਾ ਨਿਆਰਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਕਰਹੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੇ ਸਿੰਘ ਜੋਧੇ ਧਰੇ ਨੀਲ ਭੇਸਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮੇਰਾ ਸਾਜਿਆ ਗੁਰੂ ਕਾ ਖਾਲਸਾ ਪੰਥ ਆਪਣੇ ਆਪ ਵਿੱਚ ਇੱਕ ਬੁਲੰਦ ਹਸਤੀ ਦਾ ਮਾਲਕ ਹੈ। ਇਹ ਕਿਸੇ ਕੌਮ ਦਾ ਹਿੱਸਾ ਨਹੀਂ, ਬਲਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਗਟ ਹੋਈ ਅਕਾਲੀ ਫੌਜ ਹੈ। ਸੋ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ, ਭਾਰਤ ਦੀ ਧਰਤੀ ਤੇ ਤੁਰਕਾਂ ਤੇ ਹਿੰਦੂਆਂ ਦਾ ਬਹੁਤ ਸਦੀਆਂ ਤੋਂ ਬਾਅਦ ਵਿਵਾਦ ਛਿੜਿਆ ਹੋਇਆ ਹੈ। ਚੌਪਈ ਕਈ ਬਰਸ ਇਮ ਬੀਤਤ ਭਏ। ਹੁਣ ਦਿੱਲੀ ਦੇ ਬਾਦਸ਼ਾਹ ਗੌਹਰ ਅਲੀ ਨੇ ਮਿਸਟਰ ਲੋਣੀ ਅਖਤਰ ਨੂੰ ਝੂਠ ਲਿਖਾ ਦਿੱਤਾ, ਪਰ ਮਿਸਟਰ ਲੋਣੀ ਅਖਤਰ ਨੇ ਵੀ ਉਸੇ ਸਮੇਂ ਇੰਗਲੈਂਡ ਦੀ ਰਾਣੀ ਨੂੰ ਰਿਪੋਰਟ ਲਿਖ ਕੇ ਭੇਜੀ ਨਹੀਂ। ਕੁਝ ਸਾਲ ਬੀਤ ਗਏ। ਰਣਜੀਤ ਸਿੰਘ ਮੁਲਖੈ ਸੰਤੇ। 4 ਸਾਲ ਬਾਅਦ, ਇਸ ਵਾਰਤਾ ਤੋਂ 4 ਸਾਲ ਬਾਅਦ, ਪੰਜਾਬ ਦੀ ਧਰਤੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਰਾਜ ਜਮਾ ਲਿਆ। ਓਏ ਅੰਗਰੇਜ਼ਨ ਕੋ ਲੈ ਆਏ। ਪਰ ਕਹਿੰਦੇ ਸਤਲੁਜ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਜਮਾਇਆ। 12 ਮਿਸਲਾਂ, ਫੈਜ਼ਲਪੁਰੀਆਂ ਦੀ ਮਿਸਲ, ਸਿੰਘਪੁਰੀਆਂ ਦੀ ਮਿਸਲ, ਸ਼ੁਕਰ ਚੱਕੀਆਂ ਦੀ ਮਿਸਲ, ਭੰਗੀਆਂ ਦੀ ਮਿਸਲ, ਰਾਮਗੜੀਆਂ ਦੀ ਮਿਸਲ, ਕਰੋੜੀਆਂ ਦੀ ਮਿਸਲ, ਫੂਲਕਿਆਂ ਦੀ ਮਿਸਲ, ਇਹਨਾਂ 12 ਮਿਸਲਾਂ ਨੂੰ ਵੱਖ-ਵੱਖ ਇਲਾਕੇ ਸਥਾਪਿਤ ਕਰ ਦਿੱਤੇ। ਇਹਨਾਂ ਨੇ ਆਪੋ ਆਪਣੇ ਇਲਾਕੇ ਵੰਡ ਲਏ। ਪਰ ਸਤਲੁਜ ਤੋਂ ਇਧਰਲੇ ਬੰਨੇ 5 ਰਾਜੇ, ਮਹਾਰਾਜਾ ਜੀਂਦ, ਮਹਾਰਾਜਾ ਕੈਥਲ, ਮਹਾਰਾਜਾ ਨਾਭਾ, ਮਹਾਰਾਜਾ ਪਟਿਆਲਾ, ਇਹਨਾਂ 5 ਰਾਜਿਆਂ ਦੇ ਇਲਾਕੇ ਵੱਖਰੇ ਹੋ ਗਏ। ਪਰ ਇੱਥੇ ਵਿਵਾਦ ਬੜਾ ਵੱਡਾ ਹੋ ਗਿਆ, ਆਪਸ ਦੇ ਵਿੱਚ ਫੁੱਟ ਪੈ ਗਈ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਤਲੁਜ ਦਰਿਆ ਤੱਕ ਖਾਲਸਾ ਜੀ ਸਾਰਾ ਇਲਾਕਾ ਆਪਣੇ ਕਬਜ਼ੇ ਵਿੱਚ ਕੀਤਾ, ਇੱਕ ਬਾਦਸ਼ਾਹ ਤਖਤ ਦੇ ਉੱਤੇ ਬੈਠ ਗਿਆ, ਤਾਂ ਉਸ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਤਲੁਜ ਤੋਂ ਇਧਰਲੇ ਇਲਾਕਿਆਂ ਨੂੰ ਵੀ ਆਪਣੇ ਰਾਜ ਦੇ ਵਿੱਚ ਮਿਲਾਉਣਾ ਚਾਹਿਆ। ਪਰ ਉਸ ਵਕਤ ਇਹਨਾਂ 5 ਰਾਜਿਆਂ ਨੇ ਸਲਾਹ ਕੀਤੀ, ਆਪਸ ਦੇ ਵਿੱਚ ਵਿਚਾਰ ਕੀਤੀ ਕਿ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਦੇ ਥੱਲੇ ਚੱਲਣ ਦੀ ਬਜਾਏ ਕਿਉਂ ਨਾ ਅੰਗਰੇਜ਼ ਸਰਕਾਰ ਦੇ ਨਾਲ ਸੰਧੀ ਕਰ ਲਈਏ, ਅੰਗਰੇਜ਼ ਸਰਕਾਰ ਦੇ ਨਾਲ ਸਮਝੌਤਾ ਕਰ ਲਈਏ। ਕਹਿੰਦੇ ਵਿਵਾਦ ਹੋਇਆ, ਫੁੱਟ ਪਈ। ਬ੍ਰਿਟਿਸ਼ ਸਰਕਾਰ, ਅੰਗਰੇਜ਼ ਸਰਕਾਰ ਪਹਿਲਾਂ ਹੀ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੀ ਸੀ। ਜਦੋਂ 5 ਰਾਜਿਆਂ ਨੇ ਇਕੱਠਿਆਂ ਹੋ ਕਰਕੇ ਬ੍ਰਿਟਿਸ਼ ਸਰਕਾਰ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਸੰਧੀ ਕਰਨੀ ਚਾਹੁੰਦੇ ਹਾਂ, ਸਾਡਾ ਰਾਜ ਭਾਗ ਸਲਾਮਤ ਰਵੇ, ਪਰ ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਕੰਮਾਂ ਕਾਰਾਂ ਦੇ ਵਿੱਚ ਅੜਚਨ ਨਹੀਂ ਬਣਾਂਗੇ, ਰੁਕਾਵਟ ਨਹੀਂ ਬਣਾਂਗੇ। ਸੰਧੀ ਹੋ ਗਈ। ਪੰਜਾਬ ਦੀ ਧਰਤੀ ਦੇ ਉੱਤੇ 5 ਰਾਜਿਆਂ ਨੇ ਅੰਗਰੇਜ਼ਾਂ ਨੂੰ ਲਿਆ ਕਰਕੇ ਸਥਾਪਿਤ ਕਰ ਦਿੱਤਾ। ਲੁਧਿਆਣੇ ਸੋ ਆਣ ਬਹਾਏ। ਲੁਧਿਆਣੇ ਦੀ ਧਰਤੀ ਤੇ ਲੁੱਧਪੁਰ ਇਹਦਾ ਪਹਿਲਾ ਨਾਮ ਸੀ। ਲੁਧਿਆਣੇ ਦੀ ਧਰਤੀ ਤੇ ਸਤਲੁਜ ਤੋਂ ਪਾਰਲੇ ਬੰਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚਰਦੀ ਸੀ।
ਸਤਲੁਜ ਤੋਂ ਇਧਰਲੇ ਬੰਨੇ ਬ੍ਰਿਟਿਸ਼ ਸਰਕਾਰ 5 ਰਾਜਿਆਂ ਦੇ ਨਾਲ ਸੰਧੀ ਕਰਕੇ ਸਮਝੌਤਾ ਕਰਕੇ ਵਿਚਰਨ ਲੱਗ ਪਈ। ਦੋਹਰਾ 60 18 ਸਹਿ ਬਿਤੇ ਅਨਕ 64 ਸੋਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਸ ਵਕਤ ਸਤਲੁਜ ਤੋਂ ਪਾਰਲੇ ਬੰਨੇ ਰਾਜ ਸਥਾਪਿਤ ਕੀਤਾ ਤੇ ਲੁਧਿਆਣੇ ਦੀ ਧਰਤੀ ਤੱਕ ਅੰਗਰੇਜ਼ ਸਰਕਾਰ ਦੀ ਫੌਜ ਪਹੁੰਚ ਗਈ, ਕਹਿੰਦੇ ਇਹ ਗੱਲ ਹੈਗੀ ਹੈ ਸੰਮਤ ਬਿਕਰਮੀ 1864 ਦੀ, ਤੇ ਜੇ ਇਹਦੇ ਵਿੱਚੋਂ 57 ਸਾਲ ਮਾਈਨਸ ਕਰ ਦਈਏ ਕਿਉਂਕਿ ਜੋ ਈਸਵੀ ਹੈ ਉਹ 57 ਸਾਲ ਛੋਟਾ ਹੈ ਤੇ ਈਸਵੀ ਸਾਲ ਦੇ ਨਾਲ 1807 ਦੀ ਗੱਲ ਬਣਦੀ ਹੈ। ਸੋ ਸੌਖੀ ਭਾਸ਼ਾ ਵਿੱਚ ਸਮਝੀਏ, ਹੁਣ 2022 ਚੱਲ ਰਿਹਾ ਹੈ, ਇਹ 1807 ਈਸਵੀ ਦੀ ਗੱਲ ਹੈ। ਮੋੜਿਓ ਪਾਰਿਓ ਤਾਰ ਤਿੰਨ ਰਣਜੀਤ ਸਿੰਘ ਦਲ ਜੋਏ। ਸਤਲੁਜ ਤੋਂ ਇਧਰਲੇ ਬੰਨੇ ਅੰਗਰੇਜ਼ ਸਰਕਾਰ ਤੇ 5 ਰਾਜਿਆਂ ਦੀ ਫੌਜ, ਸਤਲੁਜ ਤੋਂ ਪਾਰਲੇ ਬੰਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ ਮੋਰਚਾ ਸਾਂਭਿਆ। 2 ਦਲ ਹੋ ਗਏ, ਭਾਵ ਕਿ 2 ਸਰਕਾਰਾਂ ਹੋ ਗਈਆਂ, ਪਰ ਇਹਨਾਂ ਦੀ ਸੰਧੀ ਸੀ। ਸਤਲੁਜ ਤੋਂ ਪਾਰਲੇ ਬੰਨੇ ਅੰਗਰੇਜ਼ ਸਰਕਾਰ ਨਹੀਂ ਜਾਏਗੀ ਤੇ ਸਤਲੁਜ ਤੋਂ ਇਧਰਲੇ ਬੰਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨਹੀਂ ਆਏਗੀ। ਕਹਿੰਦੇ ਇਲਾਕੇ ਵੰਡੇ ਗਏ, 2 ਦਲ ਹੋਏ, ਪਰ ਖਾਲਸਾ ਜੀ ਮਾਣ ਕਰਨਾ ਚਾਹੀਦਾ, ਅਸੀਂ ਵਾਰਿਸ ਕਿਹਨਾਂ ਦੇ ਹਾਂ? ਉਸ ਵਕਤ ਵੀ ਇੱਕ ਗੁਰੂ ਕੀ ਖਾਲਸਾਈ ਫੌਜ ਸੀ ਜਿਹੜਾ ਸਾਰਿਆਂ ਇਲਾਕਿਆਂ ਦੇ ਉੱਤੇ ਸਿੱਕਾ ਜੰਮਦਾ ਸੀ। ਰਾਜਿਆਂ ਨੇ ਇਲਾਕੇ ਵੰਡੇ ਸੀ, ਅੰਗਰੇਜ਼ ਸਰਕਾਰ ਨੇ ਰਾਜ ਵੰਡਿਆ ਸੀ, ਸ਼ੇਰੇ ਪੰਜਾਬ ਦਾ ਇਲਾਕਾ ਵੱਖਰਾ ਸੀ, ਪਰ ਉਸ ਵਕਤ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ 1300 ਘੋੜ ਸਵਾਰ ਫੌਜਾਂ ਦੇ ਨਾਲ ਮਾਲਵੇ ਦੇ ਇਲਾਕੇ ਵਿੱਚ ਵੀ ਵਿਚਰਦੇ ਸਨ, ਸਤਲੁਜ ਤੋਂ ਪਾਰਲੇ ਬੰਨੇ ਵੀ ਵਿਚਰਦੇ ਸਨ। ਇੱਕ ਅਕਾਲੀ ਬਾਬਾ ਫੂਲਾ ਸਿੰਘ ਹੀ ਸਨ ਜਿਹੜੀ ਆਪਣੀ ਫੌਜ ਦੇ ਨਾਲ ਆਜ਼ਾਦ ਤੌਰ ਤੇ ਵਿਚਰਿਆ ਕਰਦੇ ਸਨ। ਤੇ ਕਹਿੰਦੇ ਅੰਗਰੇਜ਼ ਸਰਕਾਰ ਨੇ ਵੇਖਣਾ ਵੀ ਇਲਾਕੇ ਵੰਡ ਦਿੱਤੇ ਨੇ, ਸ਼ੇਰੇ ਪੰਜਾਬ ਦੀ ਫੌਜ ਨਹੀਂ ਆਉਂਦੀ, ਇਹ ਕਿਹੜੇ ਗੁਰੂ ਕੀ ਖਾਲਸਾਈ ਫੌਜ ਆ ਗਈ ਜਿਹੜੀ ਘੋੜਿਆਂ ਤੇ ਸਵਾਰ ਹੋ ਕੇ ਅਕਾਲ ਅਕਾਲ ਗੁਰਬਰ ਅਕਾਲ ਦਾ ਜਾਪ ਕਰਦੇ ਹੋਏ ਪੂਰੇ ਭਾਰਤ ਵਿੱਚ ਵਿਚਰਦੀ ਹੈ ਤੇ ਇਹਨਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ। ਅਕਾਲੀ ਫੂਲਾ ਸਿੰਘ ਦੇ ਉੱਤੇ ਸਰਕਾਰੀ ਰਾਜਿਆਂ ਦਾ ਹੁਕਮ ਨਹੀਂ ਸੀ ਚੱਲਦਾ ਕਿਉਂਕਿ ਅਕਾਲੀ ਬਾਬਾ ਫੂਲਾ ਸਿੰਘ ਅਕਾਲ ਤਖਤ ਦੇ ਜਥੇਦਾਰ ਸਨ। ਇਹ ਹਸਤੀ ਸੀ ਖਾਲਸਾ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ। ਅੰਗਰੇਜ਼ ਸਰਕਾਰ ਨੇ 5 ਰਾਜਿਆਂ ਨੂੰ ਕਿਹਾ ਕਿ ਤੁਸੀਂ ਸ਼ੇਰੇ ਪੰਜਾਬ ਨੂੰ ਤੇ ਕਹਿ ਦਿੱਤਾ ਸਤਲੁਜ ਦੇ ਪਾਰਲੇ ਬੰਨੇ ਰਹੋ, ਪਰ ਇਹ ਕਿਹੜਾ ਜਥੇਦਾਰ ਹੈ ਜਿਹੜਾ 1300 ਘੋੜਸਵਾਰ ਫੌਜਾਂ ਦੇ ਨਾਲ ਤੁਹਾਡੇ ਇਲਾਕੇ ਵਿੱਚ ਵਿਚਰ ਕੇ ਖੰਡੇ ਬਾਟੇ ਦੇ ਅੰਮ੍ਰਿਤ ਦਾ ਪ੍ਰਚਾਰ ਕਰਕੇ ਸਿੰਘ ਸਜਾ ਰਿਹਾ ਹੈ, ਇਸ ਦੇ ਉੱਤੇ ਪਾਬੰਦੀ ਲਾਈ ਜਾਵੇ। ਖਾਲਸਾ ਜੀ ਮਾਣ ਕਰਨਾ ਚਾਹੀਦਾ ਹੈ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ, ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਉੱਤੇ, ਜਿਨ੍ਹਾਂ ਉੱਤੇ ਸੰਸਾਰਕ ਰਾਜਿਆਂ ਦਾ ਹੁਕਮ ਨਹੀਂ ਸੀ ਚੱਲਦਾ। 5 ਰਾਜੇ ਅੰਗਰੇਜ਼ ਸਰਕਾਰ ਨੂੰ ਕਹਿਣ ਲੱਗੇ ਕਿ ਸਾਡੀ ਤੁਹਾਨੂੰ ਇਹ ਚੇਤਾਵਨੀ ਹੈ, ਇਹ ਗੁਰੂ ਕੀ ਅਕਾਲੀ ਫੌਜ ਹੈ, ਇਹ ਕੋਈ ਰਾਜਾ ਨਹੀਂ, ਕੋਈ ਮਾਮੂਲੀ ਜਰਨੈਲ ਨਹੀਂ, ਇਹ ਅਕਾਲ ਤਖਤ ਦਾ ਗੁਰੂ ਖਾਲਸਾ ਪੰਥ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਹੈ। ਅਸੀਂ ਇਸ ਤੇ ਪਾਬੰਦੀ ਨਹੀਂ ਲਾ ਸਕਦੇ ਕਿਉਂਕਿ ਜੇ ਇਸ ਜਥੇਦਾਰ ਤੇ ਪਾਬੰਦੀ ਲਾਈ ਤੇ ਸਾਡੇ ਨਾਲ ਨਾਲ ਤੁਹਾਡੇ ਰਾਜ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ। ਖਾਲਸਾ ਜੀ ਇਸ ਕਰਕੇ ਅੱਜ ਵੀ ਮਾਣ ਦੇ ਨਾਲ ਕਿਹਾ ਜਾਂਦਾ ਹੈ ਕਿ ਜਥੇਦਾਰ ਹੋਵੇ ਅਕਾਲੀ ਫੂਲਾ ਸਿੰਘ ਵਰਗਾ ਜਿਹੜਾ ਮੌਕੇ ਦੇ ਬਾਦਸ਼ਾਹ ਨੂੰ ਲਾਚੀ ਬੇਰੀ ਦੇ ਨਾਲ ਬੰਨਣ ਦੀ ਜੁਰਤ ਰੱਖਦਾ ਹੋਵੇ। ਸੋ ਖਾਲਸਾ ਜੀ ਉਸ ਵਕਤ ਵੀ ਜੇ ਕੋਈ ਆਜ਼ਾਦ ਤੌਰ ਤੇ ਵਿਚਰਦਾ ਸੀ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ 1300 ਘੋੜ ਸਵਾਰ ਫੌਜਾਂ ਦੇ ਨਾਲ ਆਜ਼ਾਦ ਤੌਰ ਤੇ ਵਿਚਰਦੇ ਸਨ। ਪਰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਹਿੰਦੇ ਹੋਲੇ ਮਹੱਲੇ ਵਾਲੇ ਦਿਨ ਗੁਰੂ ਕਾ ਖਾਲਸਾ ਪੰਥ ਪਹੁੰਚਿਆ। ਅਕਾਲੀ ਬਾਬਾ ਫੂਲਾ ਸਿੰਘ ਜੀ 1300 ਘੋੜ ਸਵਾਰ ਫੌਜਾਂ ਦੇ ਨਾਲ ਪਹੁੰਚੇ ਤੇ ਕਹਿੰਦੇ ਅੰਗਰੇਜ਼ ਸਰਕਾਰ ਨੇ ਨੀਤੀ ਬਣਾਈ ਜਿੱਥੇ ਜਿੱਥੇ ਖਾਲਸਾ ਪੰਥ ਜੋੜ ਮੇਲੇ ਮਨਾਉਂਦਾ ਉਸ ਜਗ੍ਹਾ ਤੇ ਜਾ ਕਰਕੇ ਈਸਾਈ ਮਤ ਦਾ ਪ੍ਰਚਾਰ ਕਰਕੇ ਇਹਨਾਂ ਬਾਰੇ ਕੂੜ ਬੋਲਿਆ ਜਾਵੇ, ਇਹਨਾਂ ਦੇ ਗੁਰੂ ਦੇ ਬਾਰੇ ਕੂੜ ਪ੍ਰਚਾਰਿਆ ਜਾਵੇ। ਕਹਿੰਦੇ ਇੱਕ ਪਾਸੇ ਹੋਲੇ ਮਹੱਲੇ ਤੇ
ਅਨੰਦਪੁਰ ਸਾਹਿਬ ਦੀ ਧਰਤੀ ਤੇ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਸਿੰਘ ਤਖਤ ਤੇ ਸਜੇ ਗੁਰੂ ਕੀ ਖਾਲਸਾਈ ਫੌਜ ਮਹੱਲੇ ਕੱਢ ਰਹੀ ਹੈ ਤੇ ਇੱਕ ਪਾਸੇ ਈਸਾਈ ਪਾਦਰੀ ਕਹਿੰਦੇ ਸਟਾਲ ਲਾ ਕਰਕੇ ਕਿਤਾਬਾਂ ਵੇਚ ਕੇ ਗੁਰੂ ਖਾਲਸੇ ਪੰਥ ਪ੍ਰਤੀ ਕੂੜ ਬੋਲ ਰਿਹਾ ਸੀ ਤੇ ਇੱਕ ਨਿਹੰਗ ਸਿੰਘ ਨੇ ਉਸ ਦੀ ਕੂੜ ਭਾਸ਼ਾ ਨੂੰ ਸੁਣ ਲਿਆ ਤੇ ਗੁਰ ਕੀ ਨਿੰਦਾ ਸੁਨੈ ਨ ਕਾਣ, ਭੇਟ ਕਰੇ ਤੇ ਸੰਕਰ ਪਾਣ। ਕਹਿੰਦੇ ਉਸ ਨਿਹੰਗ ਸਿੰਘ ਨੇ ਉਸੇ ਸਮੇਂ ਹੁਕਮ ਸੁਣਾ ਦਿੱਤਾ, ਜਾ ਕੇ ਉਸ ਪਾਦਰੀ ਦਾ ਸੋਧਾ ਲਾ ਦਿੱਤਾ। ਸੋਧਾ ਲਾ ਕਰਕੇ ਵਾਪਸ ਅਕਾਲੀ ਫੂਲਾ ਸਿੰਘ ਕੋਲ ਆ ਗਏ, ਕਿਉਂਕਿ ਮਾਣ ਸੀ ਉਸ ਫੌਜ ਨੂੰ ਕਿ ਜੇ ਅਸੀਂ ਕੁਝ ਮੋਰਚਾ ਸਾਂਭ ਕੇ ਜਾਵਾਂਗੇ ਤੇ ਸਾਡਾ ਜਥੇਦਾਰ ਸਾਡੀ ਜ਼ਿੰਮੇਵਾਰੀ ਓਟੇਗਾ। ਜਥੇਦਾਰ ਉਹੀ ਹੈ ਜਿਹੜਾ ਆਪਣੀ ਫੌਜਾਂ ਦੀ ਜ਼ਿੰਮੇਵਾਰੀ ਓਟੇ। ਜਿਹੜਾ ਫੌਜਾਂ ਦੀ ਜ਼ਿੰਮੇਵਾਰੀ ਓਟਣ ਤੋਂ ਭੱਜ ਜਾਵੇ ਉਹ ਜਥੇਦਾਰ ਨਹੀਂ ਹੁੰਦਾ। ਕਹਿੰਦੇ ਅਕਾਲੀ ਫੂਲਾ ਸਿੰਘ ਜੀ ਕੋਲ ਜਦੋਂ ਨਿਹੰਗ ਸਿੰਘ ਸੋਧਾ ਲਾ ਕੇ ਆਇਆ, ਅਕਾਲੀ ਫੂਲਾ ਸਿੰਘ ਪ੍ਰਸੰਨ ਹੋਏ, ਸਰੋਪਾਉ ਦਿੱਤਾ, ਕਹਿਣ ਲੱਗੇ ਸਿੰਘਾ ਤੂੰ ਪਰਵਾਹ ਨਹੀਂ ਕਰਨੀ, ਤੇਰੇ ਵਾਸਤੇ ਅਕਾਲੀ ਫੂਲਾ ਸਿੰਘ ਆਪਣੇ ਸਿਰ ਮੁਕੱਦਮਾ ਲਵੇਗਾ। ਕਹਿੰਦੇ ਉਦੋਂ ਫਿਰ ਅੰਗਰੇਜ਼ ਸਰਕਾਰ ਨੇ ਮੁਕੱਦਮਾ ਚਲਾਇਆ, ਸ਼ੇਰੇ ਪੰਜਾਬ ਤੱਕ ਪਹੁੰਚ ਕੀਤੀ ਗਈ, ਪੰਜੇ ਰਾਜਿਆਂ ਤੱਕ ਪਹੁੰਚ ਕੀਤੀ ਗਈ ਕਿ ਅਕਾਲੀ ਫੂਲਾ ਸਿੰਘ ਨੂੰ ਗ੍ਰਿਫਤਾਰ ਕਰਕੇ ਸਾਡੇ ਹਵਾਲੇ ਕੀਤਾ ਜਾਵੇ। ਤੇ ਖਾਲਸਾ ਜੀ ਅਕਾਲ ਤਖਤ ਦੇ ਜਥੇਦਾਰ ਦੀ ਇਹ ਹਸਤੀ ਸੀ ਕਿ ਪੰਜੇ ਰਾਜੇ ਤੇ ਸ਼ੇਰੇ ਪੰਜਾਬ ਨੇ ਕਿਹਾ ਅਕਾਲੀ ਫੂਲਾ ਸਿੰਘ ਨੂੰ ਅਸੀਂ ਗ੍ਰਿਫਤਾਰ ਨਹੀਂ ਕਰ ਸਕਦੇ, ਕਿਉਂਕਿ ਅਕਾਲੀ ਫੂਲਾ ਸਿੰਘ ਸਾਡੇ ਅਧੀਨ ਨਹੀਂ, ਬਲਕਿ ਅਸੀਂ ਸਾਰੇ ਦੁਨੀਆ ਦੇ ਬਾਦਸ਼ਾਹ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਹੁਕਮਾਂ ਦੇ ਅਧੀਨ ਚੱਲਦੇ ਹਾਂ। ਉਸ ਵਕਤ ਬ੍ਰਿਟਿਸ਼ ਸਰਕਾਰ ਨੇ, ਅੰਗਰੇਜ਼ ਸਰਕਾਰ ਨੇ ਵੇਖਿਆ ਕਿ ਅਕਾਲ ਤਖਤ ਬਹੁਤ ਵੱਡੀ ਪਾਵਰ ਹੈ, ਇਹ ਅਕਾਲੀ ਫੂਲਾ ਸਿੰਘ ਆਪਣੇ ਆਪ ਵਿੱਚ ਇੱਕ ਮਹਾਨ ਹਸਤੀ ਦਾ ਮਾਲਕ ਹੈ। ਪਹਿਲਾਂ ਇਹਨਾਂ ਦੇ ਉੱਤੇ ਖੋਜ ਕਰਕੇ ਇਸ ਦੀ ਹਸਤੀ ਨੂੰ, ਅਕਾਲ ਤਖਤ ਦੀ ਤਾਕਤ ਨੂੰ ਘਟਾਇਆ ਜਾਵੇ ਤੇ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਹਸਤੀ ਨੂੰ ਵੇਖ ਕਰਕੇ, ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਵੇਖ ਕਰਕੇ, ਗੁਰੂ ਕੇ ਖਾਲਸਾਈ ਫੌਜ ਦੀ ਹਸਤੀ ਨੂੰ ਵੇਖ ਕਰਕੇ ਫਿਰ ਕਿਸ ਤਰ੍ਹਾਂ ਮਿਸਟਰ ਲੌਣੀ ਅਖਤਰ ਖਾਲਸਾਈ ਫੌਜਾਂ ਦੇ ਉੱਤੇ ਖੋਜ ਕਰਦਾ ਹੈ, ਉਹ ਆਪਾਂ ਹੁਣ ਸਰਵਣ ਕਰਾਂਗੇ। ਸੋਰਠਾ ਲੀਨੀ ਈਨ ਠਹਿਰਾਏ, ਸਤ ਦਰਵ ਪਾਰ ਨਾ ਹਮ ਲਖੈ। ਕਹਿੰਦੇ ਅੰਗਰੇਜ਼ ਸਰਕਾਰ ਨੇ ਪੰਜੇ ਰਾਜਿਆਂ ਨਾਲ ਸੰਧੀ ਕੀਤੀ ਵੀ ਤੁਹਾਡਾ ਰਾਜ ਭਾਗ ਇਸੇ ਤਰ੍ਹਾਂ ਰਹੇਗਾ, ਤੁਹਾਡੀਆਂ ਫੌਜਾਂ ਰਹਿਣਗੀਆਂ, ਤੁਹਾਡੇ ਮਹਿਲ ਰਹਿਣਗੇ, ਤਖਤ ਰਹਿਣਗੇ, ਪਰ ਤੁਸੀਂ ਚੱਲੋਗੇ ਸਾਡੇ ਹੁਕਮਾਂ ਦੇ ਨਾਲ। ਤੇ ਉਧਰੋਂ ਇਹ ਵੀ ਬਚਨ ਕੀਤਾ ਕਿ ਅਸੀਂ ਸਤਲੁਜ ਦੇ ਪਾਰਲੇ ਬੰਨੇ ਆ ਕੇ ਹਮਲਾ ਨਹੀਂ ਕਰਾਂਗੇ। ਮੁਲਕਾਂ ਦਿਲਾਸੇ ਲਾਏ, ਮੁਲਕ ਮਫੂਜਾ ਲਿਖ ਦਿਓ। ਕਹਿੰਦੇ ਨੇ ਇਸੇ ਕਰਕੇ ਪੰਜੇ ਰਾਜਿਆਂ ਨੂੰ ਇਹ ਦਿਲਾਸਾ ਜਿਹਾ ਹੋ ਗਿਆ ਕਿ ਚਲੋ ਸ਼ੇਰੇ ਪੰਜਾਬ ਦੇ ਹੁਕਮਾਂ ਦੇ ਵਿੱਚ ਚੱਲਣ ਨਾਲੋਂ ਚੰਗਾ ਹੈ ਅੰਗਰੇਜ਼ ਸਰਕਾਰ ਦੇ ਨਾਲ ਸੰਧੀ ਕਰਕੇ ਚੱਲਿਆ ਜਾਵੇ, ਸਾਡਾ ਰਾਜ ਭਾਗ ਵੀ ਕਾਇਮ ਰਹੇਗਾ। ਦੋਹਰਾ ਸੋ ਬਾਤ ਉਨ ਚਿਤ ਰੱਖੀ, ਲੂਣੀ ਅਖਤਰ ਜਰਨੈਲ। ਜਦੋਂ ਇਹ ਸੰਧੀ ਹੋ ਗਈ, ਮਿਸਟਰ ਲੂਣੀ ਅਖਤਰ ਉਦੋਂ ਲੁਧਿਆਣੇ ਦੀ ਧਰਤੀ ਤੇ ਆਇਆ, ਪਰ ਫਿਰ ਵੀ ਉਹਦੇ ਮਨ ਦੇ ਵਿੱਚ ਇਹ ਗੱਲ ਡੂੰਘੀ ਘੜੀ ਗਈ ਸੀ ਕਿ ਦਿੱਲੀ ਦੇ ਬਾਦਸ਼ਾਹ ਗੌਹਰ ਅਲੀ ਨੇ ਜੋ ਕੁਝ ਸਿੱਖਾਂ ਬਾਰੇ ਦੱਸਿਆ, ਜਦੋਂ ਮੈਂ ਸਿੱਖਾਂ ਨੂੰ ਵੇਖਦਾ, ਖਾਲਸਿਆਂ ਨੂੰ ਵੇਖਦਾ ਤੇ ਗੱਲ ਬਿਲਕੁਲ ਝੂਠੀ ਜਾਪਦੀ ਹੈ, ਕਿਉਂਕਿ ਇਹ ਆਕੀ ਨਹੀਂ ਹੋ ਸਕਦੇ, ਇਹ ਅੱਤਵਾਦੀ ਨਹੀਂ ਹੋ ਸਕਦੇ, ਕਿਉਂਕਿ ਇਹਨਾਂ ਨੇ ਕਿਸੇ ਵੀ ਗਰੀਬ ਦਾ ਨੁਕਸਾਨ ਨਹੀਂ ਕੀਤਾ, ਕਿਸੇ ਦਾ ਉੱਤੇ ਅਤਿਆਚਾਰ ਨਹੀਂ ਕੀਤਾ। ਮਿਸਟਰ ਲੌਣੀ ਅਖਤਰ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਿ ਜਿੱਥੇ ਗੁਰੂ ਕੇ ਖਾਲਸੇ ਪੰਥ ਦਾ ਉਤਾਰਾ ਹੁੰਦਾ ਹੈ, ਦੇਤ ਆਵਾਜ਼ਾ ਭੁੱਖਾ ਹੈ ਕੋਈ। ਕਹਿੰਦੇ ਗੁਰੂ ਕਾ ਖਾਲਸਾ ਲੰਗਰ ਤਿਆਰ ਕਰਕੇ ਪਹਿਲਾਂ ਛਕਦਾ ਨਹੀਂ, ਗੁਰੂ ਨੂੰ ਭੋਗ ਲਾ ਕੇ ਫਿਰ ਦੂਸਰੇ ਨਗਾਰੇ ਤੇ ਚੋਟ ਲਾ ਕਰਕੇ ਉੱਚੀ ਆਵਾਜ਼ ਦੇ ਵਿੱਚ ਆਵਾਜ਼ ਦਿੰਦਾ ਕਿ ਜੇ ਕੋਈ ਭੁੱਖਾ ਹੈ ਤੇ ਗੁਰੂ ਕੇ ਖਾਲਸੇ ਨੇ ਗੁਰੂ ਨਾਨਕ ਦਾ ਲੰਗਰ ਤਿਆਰ ਕੀਤਾ, ਆ ਕਰਕੇ ਲੰਗਰ ਛਕਣਾ ਕਰੋ। ਜਦੋਂ ਮਿਸਟਰ ਲੌਣੀ ਅਖਤਰ ਨੇ ਵੇਖਿਆ ਕਿ ਇਹ ਖਾਲਸੇ ਤੇ ਦੁਸ਼ਮਣਾਂ ਨਾਲ ਵੀ ਵਿਤਕਰਾ ਨਹੀਂ ਕਰਦੇ, ਜਿਹੜੇ ਦੁਸ਼ਮਣ ਖਾਲਸਿਆਂ ਦੀ ਸੂਹਾਂ ਲੈਣ ਵਾਸਤੇ ਕਈ ਸਮਾਂ ਖਾਲਸਾ ਜੀ ਝਾੜੀਆਂ ਵਿੱਚ ਲੁਕ ਕੇ ਬੈਠ ਕੇ ਖਾਲਸੇ ਪੰਥ ਦੀ CID ਸਰਕਾਰਾਂ ਨੂੰ ਦਿੰਦੇ ਸਨ
ਕਹਿੰਦੇ ਖਾਲਸੇ ਪੰਥ ਨੇ ਲੰਗਰ ਤਿਆਰ ਕਰਕੇ ਉਹਨਾਂ ਦੁਸ਼ਮਣਾਂ ਨੂੰ ਵੀ ਕਹਿਣਾ ਕਿ ਭਾਈ ਇਹ ਲੰਗਰ ਗੁਰੂ ਨਾਨਕ ਦਾ ਹੈ। ਜਦੋਂ ਜੰਗ ਦੇ ਮੈਦਾਨ ਵਿੱਚ ਇਕੱਠੇ ਹੋਵਾਂਗੇ ਤੇ ਮੁਕਾਬਲਾ ਕਰਾਂਗੇ। ਆਓ ਹੁਣ ਵੈਰ ਵਿਰੋਧ ਛੱਡ ਕੇ ਗੁਰੂ ਨਾਨਕ ਦਾ ਲੰਗਰ ਛਕ ਲਓ। ਇਹ ਕਾਰਨ ਹੈ ਆ ਮਹਾਮਾਰੀਆਂ ਚੱਲੀਆਂ, ਉਸ ਵਕਤ ਵੀ ਗੁਰੂ ਕੇ ਸਿੱਖਾਂ ਨੇ ਖਾਲਸਾ ਜੀ ਬਿਨਾਂ ਕਿਸੇ ਵਿਤਕਰੇ ਤੋਂ ਘਰ ਘਰ ਜਾ ਕੇ ਲੰਗਰ ਪਹੁੰਚਾਇਆ। ਅੱਜ ਵੀ ਸੰਸਾਰ ਦੇ ਵਿੱਚ ਕਿਤੇ ਵੀ ਆਪਦਾ ਆ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਸਿੱਖ ਜਾ ਕੇ ਲੰਗਰ ਲਾਉਂਦੇ ਨੇ, ਕਿਉਂਕਿ ਲੰਗਰ ਕਿਸੇ ਬੰਦੇ ਦਾ ਚਲਾਇਆ ਨਹੀਂ, ਇਹ ਲੰਗਰ ਖੁਦ ਖੁਦਾ ਗੁਰੂ ਨਾਨਕ ਦਾ ਚਲਾਇਆ ਹੋਇਆ ਹੈ। ਖਾਲਸਾ ਜੀ ਭਾਰਤ ਦੀ ਧਰਤੀ ਤੇ ਦਾਸ ਨੇ ਅਨੁਭਵ ਕੀਤਾ ਕਿ ਜਦੋਂ ਆਕਸੀਜਨ ਦੀ ਕਮੀ ਆਈ ਸੀ, ਕਹਿੰਦੇ ਦਾਲ ਪ੍ਰਸ਼ਾਦੇ ਦਾ ਲੰਗਰ ਤੇ ਸੁਣਿਆ ਸੀ, ਪਰ ਗੁਰੂ ਨਾਨਕ ਦੇ ਸਿੱਖਾਂ ਨੇ ਕਮਾਲ ਕਰ ਦਿੱਤੀ, ਮਹਾਮਾਰੀਆਂ ਦੇ ਵਿੱਚ ਆਕਸੀਜਨ ਦਾ ਲੰਗਰ ਵੀ ਚਲਾ ਦਿੱਤਾ। ਸੋ ਇਹ ਗੁਰੂ ਨਾਨਕ ਦੀ ਕਲਾ ਹੈ, ਕਲਗੀਆਂ ਵਾਲੇ ਦੀ ਰਹਿਮਤ ਹੈ। ਪਰ ਮਿਸਟਰ ਲੋਣੀ ਅਖਤਰ ਮਾਨਵੇ ਸੋਚਦਾ ਹੈ ਕਿ ਜੋ ਕੁਝ ਇਹਨਾਂ ਬਾਰੇ ਦੱਸਿਆ ਝੂਠਾ ਜਾਪਦਾ ਹੈ, ਇਸ ਤਰ੍ਹਾਂ ਹੋ ਨਹੀਂ ਸਕਦਾ। ਉਹਦੇ ਮਨ ਦੇ ਵਿੱਚ ਉਹ ਬਾਰ-ਬਾਰ ਵਿਚਾਰ ਚੱਲੀ ਜਾ ਰਹੀ ਹੈ। ਲੁਧਿਆਣੇ ਆਏ ਪੁੱਛੀ ਜਬ ਭਿਓ ਸਿੰਘਨ ਸਿਉ ਮੇਲ। ਤਾਂ ਕਹਿੰਦੇ ਜਦੋਂ ਲੁਧਿਆਣੇ ਆ ਕਰਕੇ ਉਹਨੇ ਵੇਖਿਆ ਸਾਰੇ ਸਿੰਘਾਂ ਦੇ ਇਹਨਾਂ ਕੋਤਕਾਂ ਨੂੰ, ਤੇ ਫਿਰ ਲੁਧਿਆਣੇ ਦੀ ਧਰਤੀ ਤੇ ਦੁਬਾਰਾ ਖੋਜ ਕਰਨ ਲੱਗਦਾ। ਤੇ ਖਾਲਸਾ ਜੀ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਵੇਖੋ ਇੱਕ ਹੋਰ ਗੱਲ ਬੜੀ ਵੱਡੀ ਮਿਲਦੀ ਹੈ ਕਿ ਸਾਡੇ ਘਰ ਦੇ ਵਿੱਚ ਚੋਰੀ ਉਦੋਂ ਹੁੰਦੀ ਸੀ ਜਦੋਂ ਸਾਡੇ ਵਿੱਚ ਫੁੱਟ ਪੈ ਜਾਂਦੀ ਸੀ। ਜਦੋਂ ਤੱਕ ਇੱਕ ਨਿਸ਼ਾਨ ਦੀ ਤਾਬਿਆ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਖਾਲਸਾ ਜੀ ਇੱਕ ਬਹਾਦਰ ਜਥੇਦਾਰ, ਇੱਕ ਜਰਨੈਲ ਦੇ ਹੁਕਮਾਂ ਦੇ ਵਿੱਚ ਨਹੀਂ ਚੱਲਦੇ, ਉਦੋਂ ਤੱਕ ਖਾਲਸਾ ਜੀ ਫੁੱਟ ਪੈਂਦੀ ਹੈ ਤੇ ਉਦੋਂ ਹੀ ਸਾਡੇ ਘਰਾਂ ਦੇ ਵਿੱਚ ਚੋਰੀ ਹੁੰਦੀ ਹੈ, ਪੰਥ ਦੇ ਉੱਤੇ ਹਮਲੇ ਹੁੰਦੇ ਨੇ। ਸੋ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਪਾਤਸ਼ਾਹ ਪੰਥ ਨੂੰ ਲੋੜ ਹੈ ਕਿ ਦੁਬਾਰਾ ਫਿਰ ਗੁਰੂ ਖਾਲਸਾ ਪੰਥ ਨੂੰ ਇਕੱਠਿਆਂ ਕਰਨ ਵਾਸਤੇ ਕੋਈ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਜਥੇਦਾਰ ਆਵੇ, ਜਿਹੜਾ ਅਕਾਲ ਤਖਤ ਤੇ ਖੜ ਕੇ ਦੁਬਾਰਾ ਫਿਰ ਪੰਥ ਨੂੰ ਮੀਰੀ ਪੀਰੀ ਦਾ ਸਿਧਾਂਤ ਸਮਝਾ ਕਰਕੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿੱਚ ਚੱਲਣ ਦੀ ਸਿੱਖਿਆ ਦੇਵੇ। ਸੋ ਸਤਿਗੁਰੂ ਕਿਰਪਾ ਕਰਨ ਅਸੀਂ ਇੱਕ ਹੋਈਏ, ਏਕਾ ਬਾਣੀ ਏਕੋ ਗੁਰ, ਏਕੋ ਸ਼ਬਦ ਵਿਚਾਰ, ਇੱਕ ਸ਼ਬਦ ਦੀ ਵਿਚਾਰ ਕਰਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸਿਧਾਂਤ ਘਰ ਘਰ ਦੇ ਵਿੱਚ ਪਹੁੰਚਾਈਏ। ਸੋ ਰਹੋ ਵਿਚਾਰ ਮਿਸਟਰ ਲੋਣੀ ਅਖਤਰ ਲੁਧਿਆਣੇ ਦੀ ਧਰਤੀ ਤੇ ਪਹੁੰਚ ਕੇ ਦੁਬਾਰਾ ਫਿਰ ਸਿੰਘਾਂ ਦੀ ਖੋਜ ਕਰਦਾ ਹੈ। ਚੌਪਈ ਤਬ ਜਰਨੈਲ ਸੋਚ ਚਿਤ ਆਈ। ਭਾਈ ਰਤਨ ਸਿੰਘ ਜੀ ਕਹਿੰਦੇ ਜਰਨੈਲ ਨੇ ਮਿਸਟਰ ਲੋਣੀ ਅਖਤਰ ਨੇ ਬਾਰ-ਬਾਰ ਸੋਚਿਆ ਕਿ ਇਹਨਾਂ ਦੇ ਕਿਰਦਾਰਾਂ ਵਿੱਚ ਕਮੀ ਨਹੀਂ, ਇਹਨਾਂ ਦੇ ਆਚਾਰ ਵਿੱਚ ਕਮੀ ਨਹੀਂ, ਸਿੱਖਾਂ ਦਾ ਕਿਰਦਾਰ ਬੜਾ ਉੱਚਾ ਹੈ। ਇਹ ਧੀਆਂ ਭੈਣਾਂ ਨੂੰ ਮਾੜੀ ਨਿਗਾਹ ਨਾਲ ਨਹੀਂ ਦੇਖਦੇ, ਬਲਕਿ ਧੀਆਂ ਭੈਣਾਂ ਦੀ ਰੱਖਿਆ ਕਰਦੇ ਨੇ, ਕਿਉਂਕਿ ਗੁਰੂ ਕਾ ਸਿੱਖ ਰੋਜ਼ਾਨਾ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦਾ ਹੈ, ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਗੁਰੂ ਕੇ ਖਾਲਸਿਆਂ ਦੇ ਰਹਿਤਨਾਮਿਆਂ ਵਿੱਚ ਲਿਖਿਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਖਾਲਸਾ ਜੀ ਇਹ ਗੁਰੂ ਕੇ ਖਾਲਸਿਆਂ ਦਾ ਕਿਰਦਾਰ ਹੈ। ਤੇ ਬੇਨਤੀ ਕਰਾਂ, ਸਾਡੇ ਪੂਰਵਜਾਂ ਨੇ ਸਿੱਖੀ ਦਾ ਅਕਸ਼ ਉੱਚਾ ਚੁੱਕਣ ਵਾਸਤੇ ਬਹੁਤ ਵੱਡੇ ਕਿਰਦਾਰ ਰੱਖੇ ਨੇ। ਇਹੋ ਕਾਰਨ ਹੈ ਕਿ ਗੁਰੂ ਕੇ ਖਾਲਸਾ ਪੰਥ ਦੇ ਜਰਨੈਲਾਂ ਦੀ ਉਸਤਤ ਕੇਵਲ ਸਿੱਖ ਨਹੀਂ ਕਰਦੇ, ਬਲਕਿ ਉਹ ਲੋਕ ਵੀ ਕਰਦੇ ਨੇ ਜਿਹੜੇ ਗੁਲਾਮ ਬਣਾਉਣ ਦੀ ਸੋਚ ਰੱਖਦੇ ਸਨ। ਅੱਜ ਉਹ ਵੀ ਗੁਰੂ ਖਾਲਸੇ ਪੰਥ ਦੇ ਜਰਨੈਲਾਂ ਦੇ ਹਥਿਆਰਾਂ ਨੂੰ, ਕਿਰਪਾਨਾਂ ਨੂੰ, ਸ਼ੀਰੀ ਸਾਹਿਬਾਂ ਨੂੰ ਆਪਣੇ ਮਿਊਜ਼ੀਅਮਾਂ ਦੇ ਵਿੱਚ ਲਗਾ ਕਰਕੇ ਵਿਖਾਉਂਦੇ ਨੇ ਲੋਕਾਂ ਨੂੰ ਕਿ ਇਹ ਤਖਤਾਂ ਵਾਲੇ ਨੇ, ਇਹਨਾਂ ਦਾ ਵੀ ਰਾਜ ਹੋਇਆ ਕਰਦਾ ਸੀ। ਕਿਉਂਕਿ ਉਹਨਾਂ ਦੇ ਕਿਰਦਾਰ ਬੜੇ ਉੱਚੇ ਸਨ। ਸੋ ਮਿਸਟਰ ਲੋਣੀ ਅਖਤਰ ਦੁਬਾਰਾ ਚਿੱਤ ਵਿੱਚ ਵਿਚਾਰ ਕਰਦਾ ਹੈ ਹੋਤੀ ਜੋ ਬਾਤ ਪਾਤਸ਼ਾਹ ਲਿਖਾਈ, ਕਿ ਜੋ ਦਿੱਲੀ ਦੇ ਬਾਦਸ਼ਾਹ ਨੇ ਲਿਖਾਇਆ ਸੀ ਉਹ ਗੱਲ ਸੱਚੀ ਨਹੀਂ ਜਾਪਦੀ। ਜਰਨੈਲ ਅੱਗੇ ਤੋਂ ਮਾਲੀ ਕਪਤਾਨ। ਮਿਸਟਰ ਲੋਣੀ ਅਖਤਰ ਦਾ ਇੱਕ ਜੂਨੀਅਰ ਕਪਤਾਨ ਸੀਗਾ, ਮਾਲੀ ਕਪਤਾਨ ਉਹਨੂੰ ਲਿਖਿਆ, ਪਰ ਇੰਗਲਿਸ਼ ਦੇ ਵਿੱਚ ਉਹਦਾ ਨਾਮ ਆਇਆ ਮਰੀ ਕਪਤਾਨ। ਉਹ ਜੂਨੀਅਰ ਸੀਗਾ, ਇਸ ਕਰਕੇ ਲੋਣੀ ਅਖਤਰ ਨੇ ਮਰੀ ਕਪਤਾਨ ਨੂੰ ਆਪਣੇ ਕੋਲ ਬੁਲਾਇਆ।
ਜਿਹ ਜਾਣਤ ਹੈ ਬਹੁਤ ਜਹਾਨ। ਕਿਉਂਕਿ ਇਹ ਜਿਹੜਾ ਕਪਤਾਨ ਸੀਗਾ ਲੁਧਿਆਣੇ ਦਾ, ਅੰਬਾਲੇ ਦਾ, ਕਰਨਾਲ ਦਾ ਡਿਪਟੀ ਕਮਿਸ਼ਨਰ ਰਹਿ ਚੁੱਕਿਆ ਸੀ ਤੇ ਪੰਜਾਬ ਦੀ ਧਰਤੀ ਬਾਰੇ ਇਹਨੂੰ ਕਾਫੀ ਗਿਆਨ ਸੀਗਾ। ਇਸ ਕਰਕੇ ਮਿਸਟਰ ਲੋਣੀ ਅਖਤਰ ਮਰੀ ਕਪਤਾਨ ਨੂੰ ਆਪਣੇ ਕੋਲ ਬੁਲਾਉਂਦਾ ਹੈ। ਇਸ ਕੋ ਕਹਿਓ ਜਰਨੈਲ ਬੁਲਾਏ। ਆਪਣੇ ਸਿਪਾਹੀਆਂ ਨੂੰ ਭੇਜਿਆ ਕਿ ਮਰੀ ਕਪਤਾਨ ਨੂੰ ਬੁਲਾਉਣਾ ਕਰੋ ਬਹਾਏ ਪਾਸ ਉਸ ਖੂਬ ਸਮਝਾਏ। ਤੇ ਮਰੀ ਕਪਤਾਨ ਨੂੰ ਆਪਣੇ ਕੋਲ ਬਿਠਾ ਕਰਕੇ ਚੰਗੀ ਤਰ੍ਹਾਂ ਗੱਲ ਸਮਝਾਉਂਦਾ ਕਿ ਮੈਨੂੰ ਤੇਰੇ ਨਾਲ ਬਹੁਤ ਜ਼ਰੂਰੀ ਕੰਮ ਹੈ। ਸਿੰਘਨ ਕੀ ਉਤਪਤੀ ਲਿਖਾਇਓ। ਮਰੀ ਕਪਤਾਨ ਨੂੰ ਮਿਸਟਰ ਲੋਣੀ ਅਖਤਰ ਕਹਿੰਦਾ ਮੈਨੂੰ ਖਾਲਸਿਆਂ ਦੀ ਉਤਪਤੀ ਬਾਰੇ ਦੱਸ। ਇਹ ਜਿਹੜੀਆਂ ਫੌਜਾਂ ਆਜ਼ਾਦ ਵਿਚਰਦੀਆਂ, ਜਿਹੜੀਆਂ ਫੌਜਾਂ ਦੇ ਉੱਤੇ ਸਰਕਾਰਾਂ ਦਾ ਹੁਕਮ ਨਹੀਂ ਚੱਲਦਾ, ਮੈਨੂੰ ਇਹਨਾਂ ਫੌਜਾਂ ਦੀ ਉਤਪਤੀ ਬਾਰੇ ਦੱਸ ਕਿ ਇਹ ਫੌਜਾਂ ਕਿਸ ਤਰ੍ਹਾਂ ਪ੍ਰਗਟ ਹੋਈਆਂ ਨੇ। ਜਿਮ ਕਰ ਖਾਲਸੋ ਰਾਜ ਆਦ ਪਾਇਓ। ਕਿਸ ਤਰ੍ਹਾਂ ਇਹਨਾਂ ਖਾਲਸਿਆਂ ਨੇ ਖਿਣ ਦੇ ਵਿੱਚ, ਪਲਾਂ ਦੇ ਵਿੱਚ ਰਾਜ ਭਾਗ ਕਾਇਮ ਕਰ ਲਿਆ, ਮੈਨੂੰ ਦੱਸਣਾ ਕਰ। ਜਿਮ ਕਹੀ ਦਿੱਲੀ ਪਤ ਤਿਮ ਮਹਿ ਸ਼ਾਂਤ। ਕਹਿਣ ਲੱਗਾ ਜੋ ਦਿੱਲੀ ਦੇ ਬਾਦਸ਼ਾਹ ਨੇ ਦੱਸਿਆ ਮੈਨੂੰ ਕੋਰਾ ਝੂਠ ਜਾਪਦਾ ਹੈ। ਕਹਿ ਕੁਸ਼ਲ ਗਾਇਓ ਮੁਗਲਨ ਘਾਤ। ਕਿਉਂਕਿ ਹੋ ਸਕਦਾ ਇਹਨਾਂ ਦੀ ਮੁਗਲਾਂ ਦੇ ਨਾਲ ਬਣ ਨਾ ਆਉਂਦੀ ਹੋਵੇ, ਇਸ ਕਰਕੇ ਦਿੱਲੀ ਦੇ ਬਾਦਸ਼ਾਹ ਗੋਹਰ ਅਲੀ ਨੇ ਝੂਠ ਲਿਖਾ ਦਿੱਤਾ ਹੋਵੇ। ਹਿੰਦੂ ਤੁਰਕਨ ਮੇਲ ਕੁਛ ਨਾਹੇ। ਕਿਉਂਕਿ ਭਾਰਤ ਦੇ ਵਿੱਚ ਤੁਰਕਾਂ ਦਾ, ਹਿੰਦੂਆਂ ਦਾ ਮੇਲ ਨਹੀਂ ਬਣ ਰਿਹਾ। ਮੁਸਲਮਾਨ ਕਦ ਸੱਚ ਕਹਾਏ। ਤੇ ਇਸ ਕਰਕੇ ਮੁਗਲ ਹਕੂਮਤ ਕਦੇ ਵੀ ਇਹਨਾਂ ਫੌਜਾਂ ਬਾਰੇ ਸੱਚ ਨਹੀਂ ਦੱਸ ਸਕਦੀ। ਕਿਮ ਕਰ ਜਟਨ ਸ਼ਾਹ ਸੂਬੇ ਮਾਰੇ। ਕਿਉਂਕਿ ਇਹਨਾਂ ਨੇ ਕਿੰਨਾ ਯਤਨਾਂ ਦੇ ਨਾਲ ਬਾਦਸ਼ਾਹਾਂ ਦੇ ਸੂਬਿਆਂ ਨੂੰ ਜਿੱਤਿਆ, ਮੈਨੂੰ ਪਤਾ ਹੋਣਾ ਚਾਹੀਦਾ। ਕਿਉਂਕਿ ਬੜੀ ਵੱਡੀ ਗੱਲ ਸੀ, ਜਿਹੜੇ ਬਾਦਸ਼ਾਹਾਂ ਨੇ ਰਾਜਪੂਤਾਂ ਨੂੰ ਅੱਗੇ ਲਾਇਆ ਹੋਇਆ ਸੀ। ਖਾਲਸਾ ਜੀ 700 ਸਾਲ ਤੋਂ ਮੁਗਲ ਹਕੂਮਤ ਨੇ ਆਪਣਾ ਰਾਜ ਜਮਾਇਆ ਸੀ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਥਾਪੜਾ ਲੈ ਕਰਕੇ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਇਆ, ਖਾਲਸਾ ਜੀ ਮਿੰਟਾਂ ਸਕਿੰਟਾਂ ਦੇ ਵਿੱਚ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ। ਨਵਾਬ ਬਾਬਾ ਕਪੂਰ ਸਿੰਘ ਜੀ ਨੇ, ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਖਾਲਸਾ ਜੀ ਦਿੱਲੀ ਦੇ ਲਾਲ ਕਿਲੇ ਦੇ ਉੱਤੇ 19 ਵਾਰ ਕੇਸਰੀ ਨਿਸ਼ਾਨ ਚਲਾਇਆ, ਮੁਗਲ ਹਕੂਮਤਾਂ ਨੂੰ ਅੱਗੇ ਲਾ ਕਰਕੇ ਦੌੜਾਇਆ। ਮਿਸਟਰ ਲੋਣੀ ਅਖਤਰ ਕਹਿੰਦਾ ਇਹ ਛੋਟੀ ਗੱਲ ਨਹੀਂ ਕਿ 700 ਸਾਲ ਤੋਂ ਰਾਜ ਕਰ ਰਹੀ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਉਹਨਾਂ ਦੇ ਸੂਬਿਆਂ ਦੇ ਉੱਤੇ ਖਾਲਸਿਆਂ ਨੇ ਆਪਣਾ ਕਦਮ ਜਮਾਇਆ, ਆਪਣਾ ਸਿੱਕਾ ਜਮਾਇਆ ਹੈ। ਸ਼ਾਹੇ ਰਈਅਤ ਤੇ ਕਿਮ ਕਰ ਹਾਰੇ। ਕਿਸ ਤਰ੍ਹਾਂ ਉਹ ਬਾਦਸ਼ਾਹ ਲੋਕ ਇਹਨਾਂ ਰਈਅਤ ਇਹਨਾਂ ਨੂੰ ਦੱਸਦਾ, ਇਹਨਾਂ ਨੂੰ ਆਕੀ ਦੱਸਦਾ, ਕਿਸ ਤਰ੍ਹਾਂ ਉਹ ਬਾਦਸ਼ਾਹ ਲੋਕ, ਫੌਜਦਾਰ ਲੋਕ ਇਹਨਾਂ ਮੁੱਠੀ ਭਰ ਸਿੰਘਾਂ ਤੋਂ ਹਾਰ ਗਏ। 22 ਸੂਬੇ ਮੁਗਲਨ ਪਾਏ। 22 ਸੂਬੇ ਸਨ ਮੁਗਲ ਹਕੂਮਤ ਦੇ ਕੋਲ, ਖਾਲਸਾ ਜੀ। ਤੇ ਗੁਰੂ ਕਿਆਂ ਖਾਲਸਿਆਂ ਨੇ 700 ਸਾਲ ਤੋਂ 22 ਸੂਬਿਆਂ ਤੇ ਰਾਜ ਕਰ ਰਹੀ ਮੁਗਲ ਹਕੂਮਤ ਨੂੰ ਪਲਾਂ ਦੇ ਵਿੱਚ ਹਾਰ ਦੀ ਧੂੜ ਚਟਾ ਕਰਕੇ ਆਪਣੇ ਮੁਲਕਾਂ ਨੂੰ ਭੇਜ ਦਿੱਤਾ ਤੇ ਕਈਆਂ ਦਾ ਸੋਧਾ ਲਾ ਦਿੱਤਾ, ਕਈਆਂ ਦਾ ਉੱਥੇ ਹੀ ਝਟਕਾ ਕਰ ਦਿੱਤਾ। ਭਾਵ ਉਹਨਾਂ ਜ਼ੁਲਮੀ ਰਾਜਿਆਂ ਨੂੰ ਬਖਸ਼ਿਆ ਨਹੀਂ, ਜਿਨ੍ਹਾਂ ਜ਼ੁਲਮੀ ਰਾਜਿਆਂ ਨੇ ਭਾਰਤ ਦੀਆਂ ਧੀਆਂ ਭੈਣਾਂ ਦੇ ਮੁੱਲ ਪਾਏ, ਜਿਨ੍ਹਾਂ ਨੇ ਭਾਰਤ ਦਾ ਖਜ਼ਾਨਾ ਲੁੱਟਿਆ। ਖਾਲਸੇ ਨੇ ਪਲਾਂ ਦੇ ਵਿੱਚ ਮੁਗਲ ਰਾਜ ਦੀਆਂ ਜੜ੍ਹਾਂ ਪੁੱਟੀਆਂ। ਕਈ ਜੰਜੀਰਾਂ ਸਮੁੰਦਰ ਮਾਏ। ਕਿਸ ਤਰ੍ਹਾਂ ਸਮੁੰਦਰ ਦੇ ਸਾਹਮਣੇ ਇਹ ਨਿੱਕੇ ਜਿਹੇ ਟੋਭੇ ਲੜ ਹਟੇ, ਕਿਉਂਕਿ ਸਰਕਾਰਾਂ ਨੂੰ ਸਮੁੰਦਰ ਕਿਹਾ ਉਸ ਮਿਸਟਰ ਲੋਣੀ ਅਖਤਰ ਨੇ ਕਿ ਇੰਨੀਆਂ ਫੌਜਾਂ, ਇੰਨੇ ਹਥਿਆਰ, ਪਰ ਫਿਰ ਵੀ ਗੁਰੂ ਕੇ ਖਾਲਸਿਆਂ ਨੇ ਟਾਕਰਾ ਕੀਤਾ। ਇਹ ਕੋਈ ਮਾਮੂਲੀ ਸ਼ਖਸੀਅਤ ਨਹੀਂ। ਸੋ ਖਾਲਸਾ ਜੀ ਇਹ ਹਸਤੀ ਹੈ ਖਾਲਸਿਆਂ ਦੀ ਕਿ ਦੁਸ਼ਮਣ ਭਾਵੇਂ ਜਿਤਨਾ ਮਰਜ਼ੀ ਖਾਲਸੇ ਪ੍ਰਤੀ ਕੂੜ ਬੋਲੇ, ਨਿੰਦਿਆ ਕਰੇ, ਪਰ ਗੁਰੂ ਕੇ ਸਿੱਖ ਦਾ, ਗੁਰੂ ਕੇ ਖਾਲਸੇ ਦਾ ਜੀਵਨ ਐਸਾ ਮਹਾਨ ਹੋਣਾ ਚਾਹੀਦਾ ਹੈ ਕਿ ਖਾਲਸੇ ਪ੍ਰਤੀ ਕੂੜ ਸੁਣ ਕੇ ਕੋਈ ਖਾਲਸੇ ਕੋਲ ਬਵੇ ਨਾ ਜਦੋਂ, ਤੇ ਖਾਲਸੇ ਦਾ ਔਰਾ, ਖਾਲਸੇ ਦਾ ਆਲਾ ਦੁਆਲਾ, ਖਾਲਸੇ ਦਾ ਜੀਵਨ ਇਹੋ ਜਿਹਾ ਹੋਵੇ ਕਿ ਇੱਕ ਵਾਰ ਦੁਸ਼ਮਣ ਵੀ ਮਨ ਵਿੱਚ ਸੋਚੇ ਕਿ ਇਹ ਬੁਰਾ ਨਹੀਂ, ਇਹ ਮਾੜਾ ਨਹੀਂ, ਬਲਕਿ ਇਹ ਤੇ ਸੰਸਾਰ ਦਾ ਭਲਾ ਕਰਨ ਵਾਲਾ ਹੈ। ਜਦੋਂ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਗਏ ਨੇ ਨਾ, ਤੇ ਭਾਵੇਂ ਉਹਨਾਂ ਤੇ ਜ਼ੁਲਮ ਢਾਇਆ ਜਾ ਰਿਹਾ ਸੀ, ਪਰ ਉਸ ਵਕਤ
ਮੁਗਲ ਹਕੂਮਤ ਦੇ ਜਰਨੈਲ ਮਨ ਵਿੱਚ ਇਹ ਸੋਚਦੇ ਜ਼ਰੂਰ ਸਨ ਕਿ ਮਾਨੋ ਫੂਲ ਗੁਲਾਬ ਸਹਾਏ, ਕਿ ਬੱਬਰ ਸ਼ੇਰ ਵਾਂਗ ਗਰਜ ਰਹੇ। ਇਹ ਗੁਰੂ ਕੇ ਲਾਲ, ਇਹ ਪਾਪੀ ਨਹੀਂ ਬਲਕਿ ਇਹ ਤੇ ਗੁਲਾਬ ਦੇ ਫੁੱਲ ਜਾਪਦੇ ਨੇ, ਜਿਨ੍ਹਾਂ ਨੇ ਵਜੀਦ ਖਾਂ ਦਾ ਸੂਬੇ ਸਰਹੰਦ ਦਾ ਵੀ ਮੂੰਹ ਬੰਦ ਕਰ ਦਿੱਤਾ। ਸੋ ਇਹ ਖਾਲਸੇ ਦੀ ਹਸਤੀ ਹੈ ਕਿ ਖਾਲਸੇ ਪ੍ਰਤੀ ਕੋਈ ਕੂੜ ਵੀ ਬੋਲੇ ਤਾਂ ਵੀ ਖਾਲਸਾ ਜੀ ਧੁੰਦ ਦੇ ਬੱਦਲ ਸੂਰਜ ਦੇ ਪ੍ਰਕਾਸ਼ ਨੂੰ ਲੁਕਾ ਨਹੀਂ ਸਕਦੇ। ਖਾਲਸੇ ਜੀ ਦੀ ਹਸਤੀ ਵੀ ਸੂਰਜ ਵਰਗੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਅੱਜ ਦੇ ਪ੍ਰਸੰਗ ਵਿੱਚ ਆਪਾਂ ਸਰਵਣ ਕੀਤਾ ਕਿ ਕਿਸ ਤਰ੍ਹਾਂ ਮਿਸਟਰ ਲੋਣੀ ਅਖਤਰ ਬ੍ਰਿਟਿਸ਼ ਸਰਕਾਰ ਲੁਧਿਆਣੇ ਦੀ ਧਰਤੀ ਤੇ ਪਹੁੰਚਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਪ੍ਰਸੰਗ ਸਰਵਣ ਕਰਾਂਗੇ ਕਿ ਲੁਧਿਆਣੇ ਦੀ ਧਰਤੀ ਤੇ ਜਦੋਂ ਇੱਕ ਮੌਲਵੀ ਨੂੰ ਬੁਲਾ ਕੇ ਮਰੀ ਕਪਤਾਨ ਇਤਿਹਾਸ ਦੀ ਲਿਖਾਈ ਕਰਾਉਂਦਾ ਹੈ ਤੇ ਕਿਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਵੇਖਦੇ ਨੇ ਕਿ ਇੱਕ ਮੌਲਵੀ ਸਿੱਖਾਂ ਦੇ ਇਤਿਹਾਸ ਬਾਰੇ ਦੱਸਦਾ ਹੈ ਤੇ ਭਾਈ ਰਤਨ ਸਿੰਘ ਭੰਗੂ ਅੰਗਰੇਜ਼ ਸਰਕਾਰ ਨੂੰ ਫਿਰ ਅਸਲੀ ਇਤਿਹਾਸ ਗੁਰੂ ਕੇ ਖਾਲਸੇ ਦਾ ਕਿਸ ਤਰ੍ਹਾਂ ਲਿਖਾਉਂਦੇ ਨੇ, ਆਪਾਂ ਕੱਲ ਸਰਵਣ ਕਰਾਂਗੇ। ਸੋ ਆਓ ਇੱਕ ਵਾਰ ਸ਼ਬਦ ਦਾ ਜਾਪ ਕਰਕੇ ਖਿਮਾ ਦੇ ਜਾਚਕ ਹੋਈਏ। ਬੇਨਤੀ ਹੈ ਗੁਰੂ ਨਾਨਕ ਰੋਡ, ਹੈਵਲੋਕ ਰੋਡ, ਗੁਰਦੁਆਰਾ ਗੁਰੂ ਸਿੰਘ ਸਭਾ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸਮਾਗਮ ਕਰਵਾਇਆ ਜਾ ਰਿਹਾ ਹੈ। ਜੋ ਸ਼ਰੀਰ ਹਾਜ਼ਰੀ ਭਰਨ ਦੇ ਚਾਹਵਾਨ ਹੋਣ, ਸਤਿਗੁਰੂ ਦੇ ਚਰਨ ਪਰਸ ਕੇ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਹੋਣਾ, ਉੱਥੇ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਸਮੁੱਚੇ ਪ੍ਰਸੰਗ ਦੀ ਵਿਚਾਰ ਆਪ ਜੀ ਨਾਲ ਸਾਂਝੀ ਸਤਿਗੁਰੂ ਆਪ ਕਰਵਾਉਣਗੇ। ਆਓ ਕਲਗੀਆਂ ਵਾਲੇ ਪਾਤਸ਼ਾਹ ਨੂੰ ਹਾਜ਼ਰ ਜਾਣ ਕੇ ਬੇਨਤੀ ਰੂਪ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਹਿ ਕੇ ਸਦਾ ਸੰਗ, ਨੇਦਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਬੜੇ ਹੀ ਪਿਆਰ ਦੇ ਨਾਲ ਗੁਰਮਤਿ ਵਿਚਾਰਾਂ ਅਤੇ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰਾ ਰਹੇ ਸਨ। ਪੰਥ ਦੇ ਪ੍ਰਸਿੱਧ ਦੀਵਾਨ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ, ਗਿਆਨੀ ਜੁੜਨ ਦਾ ਪ੍ਰਬੰਧ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ। ਕੱਲ੍ਹ ਨੂੰ ਫਿਰ ਆਪ ਜੀ ਨੂੰ ਇਸੇ ਟਾਈਮ 'ਤੇ ਕਥਾ ਦੁਆਰਾ ਨਿਹਾਲ ਕਰਨਗੇ। ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਦੇ ਜਨਮ ਦਿਹਾੜਾ ਹੈ। ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਉਸੇ ਹੀ ਸੰਬੰਧ ਅੰਦਰ ਆਪਣੇ ਹੈਵਲ ਕਰੋੜ 'ਤੇ ਤੁਰਕੀ ਬਾਣੀ